ਰਮੇਸ਼ਿੰਦਰ ਸਿੰਘ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਸਥਿਤੀ ਪਹਿਲਾਂ ਹੀ ਵਿਗੜ ਗਈ ਸੀ ਜਦੋਂ ਤੁਸੀਂ ਆਪਣਾ ਅਹੁਦਾ ਸੰਭਾਲਿਆ, ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਉਸ ਵਿਗੜੀ ਹੋਈ ਸਥਿਤੀ ਦੇ ਦੌਰਾਨ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ, ਕਿ ਸਿਵਲ ਪ੍ਰਸ਼ਾਸਨ ਤੇ ਫੌਜੀ ਅਧਿਕਾਰੀਆਂ ਨੇ ਕੋਈ ਜੁਆਇੰਟ ਮੀਟਿੰਗ ਕੀਤੀ ਕਿ ਇਹੋ ਜਿਹੀ ਸਥਿਤੀਆਂ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ, ਕਿਵੇਂ ਨਜਿੱਠਿਆ ਜਾਵੇ। 3 ਤਰੀਕ ਨੂੰ ਸੁਬਾਹ ਤੱਕ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਕੀ ਹੋਣਾ, ਪ੍ਰਸ਼ਾਸਨ ਨੂੰ ਵੀ ਨਹੀਂ ਸੀ ਪਤਾ, ਸਰਦਾਰ ਗੁਰਦੇਵ ਸਿੰਘ ਬਰਾੜ ਨੂੰ ਵੀ ਨਹੀਂ ਸੀ ਪਤਾ ਜਿਨ੍ਹਾਂ ਨੇ ਕਰਫਿਊ ਲਾਇਆ ਜੀ। ਹਾਂਜੀ, ਤੋਂ ਅਨਾਉਂਸਮੈਂਟ ਕਰਨ ਦਾ ਤਾਂ ਮਤਲਬ ਹੀ ਨਹੀਂ ਸੀ ਕਿਉਂਕਿ ਅੰਮ੍ਰਿਤਸਰ ਤਾਂ ਹਰ ਤੀਜੇ ਚੌਥੇ ਦਿਨ ਕਰਫਿਊ ਲੱਗਦਾ ਹੀ ਰਹਿੰਦਾ ਸੀਗਾ ਰੂਟੀਨ ਦੇ ਵਿੱਚ। ਤੋਂ 3 ਤਰੀਕ ਸ਼ਾਮ ਨੂੰ ਜਦ ਇਹ ਹੈਰਾਨੀ ਵਾਲੀ ਸੌਰੀ ਸਰ, ਇਹ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਉਸ ਵੇਲੇ ਡਿਪਟੀ ਕਮਿਸ਼ਨਰ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕੀ ਵਾਪਰਨ ਜਾ ਰਿਹਾ। ਨਹੀਂ ਜੀ, ਉਹਨਾਂ ਨੂੰ ਨਹੀਂ ਸੀ ਪਤਾ, ਸਵਾਏ ਇਸ ਦੇ ਕਿ ਉਹਨਾਂ ਨੇ ਦੱਸਿਆ ਕਿ ਅਸੀਂ ਆ ਗਏ ਹਾਂ ਤੇ ਐਕਸ਼ਨ ਹੋਏਗਾ। ਇਸ ਅਨਾਉਂਸਮੈਂਟ ਨੂੰ ਛੱਡ ਕੇ ਕੋਈ ਸਿਵਲ ਐਡਮਿਨਿਸਟ੍ਰੇਸ਼ਨ ਦੀ ਇਨਵੋਲਵਮੈਂਟ ਨਹੀਂ ਸੀ। 4 ਤਰੀਕ ਨੂੰ ਫਿਰ ਉਹਨਾਂ ਨੇ ਦੁਬਾਰਾ ਮੀਟਿੰਗ ਕੀਤੀ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ। ਉੱਥੇ ਫਿਰ PS ਭਿੰਡਰ ਜਿਹੜੇ DIG ਸੀ ਤੇ ਉਹਨਾਂ ਦੀ ਤੇ ਮੇਜਰ ਜਨਰਲ ਬਰਾੜ ਦੀ ਆਪਸ ਤਲਖੀ ਵੀ ਹੋਈ ਥੋੜ੍ਹੀ ਜੀ, ਹਾਂਜੀ। ਤੋਂ ਮਤਲਬ ਐਡਮਿਨਿਸਟ੍ਰੇਸ਼ਨ ਨੂੰ ਤਾਂ ਇਨਵੋਲਵ ਹੀ ਨਹੀਂ ਸੀ ਕੀਤਾ, ਸੋ ਮਚ ਸੋ ਕਿ 3 ਜੂਨ ਦੀ ਰਾਤ ਨੂੰ ਸਾਰੇ ਅੰਮ੍ਰਿਤਸਰ ਦੇ ਟੈਲੀਫੋਨ ਲਾਈਨਾਂ ਕੱਟ ਕਰ ਦਿੱਤੀਆਂ ਸੀ। ਜਨਰਲ ਵੈਦਿਆ ਜਿਹੜੇ ਫੌਜ ਦੇ ਮੁਖੀ ਸੀ, ਉਹਨਾਂ ਨੂੰ ਬੁਲਾ ਕੇ ਮਿਸਿਸ ਇੰਦਰਾ ਗਾਂਧੀ ਨੇ ਆਪ ਮੀਟਿੰਗ ਕਰਕੇ ਮੈਂਡੇਟ ਦੇ ਦਿੱਤਾ ਸੀ, ਹਦਾਇਤ ਦੇ ਦਿੱਤੀ ਸੀ ਫੌਜ ਜਾਵੇ। 29 ਤਰੀਕ ਨੂੰ ਪਹਿਲੀ ਟੁਕੜੀ ਜਿਹੜੀ ਸੀਗੀ 29 ਮਈ ਨੂੰ ਆਪਣੇ ਮੇਰਠ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚ ਗਈ ਸੀ। 3 ਜੂਨ ਤੋਂ ਘੇਰਾਬੰਦੀ ਹੋ ਗਈ, ਰਾਤ ਸਾਰੀ ਫੌਜ ਪਹੁੰਚ ਗਈ ਸੀਗੀ। ਉਹਨਾਂ ਨੇ ਇਨਸਰਕਲ ਕਰ ਲਿਆ ਸੀਗਾ। ਬਿਹਾਰ ਰੈਜੀਮੈਂਟ ਸੀਗੀ, ਸਪੈਸ਼ਲ ਫਰੰਟੀਅਰ ਫੋਰਸ ਸੀ, ਫਸਟ ਪੈਰਾ ਸੀਗੀ, 10 ਗਾਰਡ ਸੀਗੇ, ਡਿਫਰੈਂਟ ਬਟਾਲੀਅਨਸ ਆਫ ਦਾ ਆਰਮੀ। ਉਹ 3 ਤਰੀਕ ਨੂੰ ਉਹਨਾਂ ਨੇ ਘੇਰਾਬੰਦੀ ਕਰ ਲਈ ਸੀ ਪੂਰੇ ਅੰਮ੍ਰਿਤਸਰ। ਔਰ ਰਾਤ ਨੂੰ ਆਵਾਜ਼ ਆਉਂਦੀ, ਸਾਰਾ ਅੰਮ੍ਰਿਤਸਰ ਤਾਂ ਹਿੱਲਿਆ ਪਿਆ ਸੀਗਾ, ਗੋਲੀਆਂ ਦੀ, ਟੈਂਕਾਂ ਦੀ, ਤੋਪਾਂ ਦੀ ਜਿਹੜੀ ਹੈ ਗੋਲੇ ਕਿਤੇ। ਤੋਂ ਮੈਂ ਜਿਹੜਾ ਸੀਗਾ ਰਾਤ ਕੱਟੀ ਔਖੇ ਸੌਖੇ, ਟੈਲੀਫੋਨ ਤਾਂ ਹੈ ਨਹੀਂ ਸੀਗਾ, ਤੇ ਅਰਲੀ ਮਾਰਨਿੰਗ ਫਿਰ ਮੈਂ 6 ਤਰੀਕ ਨੂੰ ਜਿਹੜਾ ਫੌਜ ਦਾ ਉਹਨਾਂ ਨੇ ਕੰਟਰੋਲ ਰੂਮ ਬਣਾਇਆ ਸੀ ਉੱਥੇ ਚਲਾਈ ਉੱਠ ਕੇ। ਤੇ ਉੱਥੇ ਮੈਨੂੰ ਕਿੱਥੇ ਕਿਸੇ ਦਰਬਾਰ ਸਾਹਿਬ ਤੋਂ ਕਿੰਨਾ ਨੇੜੇ? ਨਹੀਂ, ਦਰਬਾਰ ਸਾਹਿਬ ਨਹੀਂ ਜੀ, ਇਹਦਾ ਇੱਧਰ ਕੰਟੋਨਮੈਂਟ ਸੀਗਾ, ਕੰਟੋਨਮੈਂਟ ਸੀ ਜਿਹੜਾ ਮੇਨ ਉਹਨਾਂ ਦਾ ਸੀਗਾ। ਆਫ ਕੋਰਸ ਦਰਬਾਰ ਸਾਹਿਬ ਦੇ ਨੇੜੇ ਵੀ ਉਹਨਾਂ ਨੇ ਆਪਣਾ ਆਪਰੇਸ਼ਨ ਕੰਟਰੋਲ ਰੂਮ ਬਣਾਇਆ ਹੋਣਾ ਕੋਈ, ਪਰ ਉੱਥੋਂ ਜਿਹੜਾ ਕਨਵੇ ਉੱਥੋਂ ਕੀਤਾ ਜਾ ਰਿਹਾ, ਮਤਲਬ ਜਿਹੜਾ ਉਹਨਾਂ ਦਾ 15 ਡਿਵੀਜ਼ਨ ਫੌਜ ਦਾ ਅੰਮ੍ਰਿਤਸਰ ਬੇਸਡ ਹੈ, ਉਹਨਾਂ ਦੇ ਕੰਪਲੈਕਸ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਸੈਂਡ ਰੂਮ ਬਣਾ ਕੇ ਕੰਟਰੋਲ ਰੂਮ ਬਣਾਇਆ ਸੀਗਾ। ਤੇ ਲੈਫਟੀਨੈਂਟ ਜਨਰਲ K ਸੁੰਦਰ ਜੀ ਜੋ ਵੈਸਟਰਨ ਕਮਾਂਡ ਦੇ ਚੀਫ ਸੀਗੇ, ਜਿਨ੍ਹਾਂ ਦੀ ਓਵਰਆਲ ਸੁਪਰਵਿਜ਼ਨ ਥੱਲੇ ਆਪਰੇਸ਼ਨ ਹੋਇਆ, ਉਹ ਉੱਥੇ ਪ੍ਰੈਜ਼ੈਂਟ ਸੀ। ਤੇ ਕੰਧ ਦੇ ਕੋਲੇ ਇਨਫੈਕਟ ਹੀ ਵਾਸ ਬਰੂਡਿੰਗ, ਨਕਸ਼ਾ ਲੱਗਿਆ ਹੋਇਆ ਸੀ ਕੰਧ ਦਾ ਪੂਰਾ ਲੰਬਾ, ਜਿੱਦੀ ਦੀਵਾਰ ਹੁੰਦੀ ਹੈਗੀ, ਉਹਦੇ ਸਾਹਮਣੇ ਖੜਾ ਮਤਲਬ ਸੋਚ ਰਿਹਾ ਸੀਗਾ। ਉਹਨਾਂ ਦੇ ਹੀ ਹੈਡ ਫਰੋਥ ਇਨ ਹਿਸ ਮਾਊਥ, ਤੇ ਚਿਹਰਾ ਵੀ ਬੜਾ ਕਾਲਾ ਜਿਹਾ ਹੋਇਆ ਹੈ। ਮੈਨੂੰ ਦੇਖ ਕੇ ਕਹਿੰਦੇ ਡੀ ਸਾਹਿਬ ਬਹੁਤ ਔਖਾ ਆਪਰੇਸ਼ਨ ਸੀ। ਤੇ ਮੈਂ ਖੜੀ ਮੈਨੂੰ ਸਮਝਾਓ ਤਾਂ ਸੀ, ਮੈਂ ਤੁਸੀਂ ਪਹਿਲਾਂ ਤਾਂ ਨਹੀਂ ਦੱਸਿਆ, ਕਮ ਸੇ ਕਮ ਹੁਣ ਤਾਂ ਦੱਸ ਦਿਓ ਵੀ ਕੀ ਹੈ। ਉਹਨਾਂ ਨੇ ਮੰਨੀ ਗੱਲ ਕਿ ਵੀ ਠੀਕ ਹੈ ਕਿ ਮੁਕਾਬਲਾ ਫੌਜ ਨਾਲ ਸੀ, ਪਰ ਬਹੁਤ ਔਖਾ ਮੁਕਾਬਲਾ ਸੀ। ਗੋਲਾਬਾਰੀ ਤਾਂ ਆਪਸ 'ਚ ਐਕਸਚੇਂਜ ਆਫ ਫਾਇਰ ਤਾਂ 3 ਤਰੀਕ ਤੋਂ ਸ਼ੁਰੂ ਹੋ ਗਿਆ ਸੀਗਾ। ਜੂਨ ਦਾ ਮਹੀਨਾ ਸੀ, ਗਰਮੀਆਂ ਦੇ ਦਿਹਾੜੇ ਸੀਗੇ, ਤੋਂ ਬਾਡੀਜ਼ ਡੀਕੰਪੋਜ਼ ਹੋਣੀਆਂ ਸ਼ੁਰੂ ਹੋ ਗਈਆਂ ਸੀ। ਸੋ ਪੁਲਿਸ ਤੇ ਜਿਹੜੀ ਸੀਗੀ ਉਹ ਡੈਡ ਬਾਡੀਜ਼ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਸ਼ਿਫਟ ਕਰਕੇ ਵਿਡਰਾ ਕਰ ਗਈ। ਫਿਰ ਮਿਊਨਿਸਪਲ ਕਾਰਪੋਰੇਸ਼ਨ ਦੇ ਸਟਾਫ ਨੂੰ ਲਿਆਂਦਾ, ਕਿਉਂਕਿ ਇੱਕ ਤਾਂ ਵੈਸੇ ਹੀ 4 ਬੰਦੇ ਚਾਹੀਦੇ ਨੇ ਤੁਹਾਨੂੰ ਬਾਡੀ ਨੂੰ ਚੱਕਣ ਨੂੰ, ਜਦ ਡੀਕੰਪੋਜ਼ ਬਾਡੀਆਂ ਹੋਣ ਤੇ ਸਕਿਨ ਪੀਲ ਆਫ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਹ ਬੜਾ ਦਰਦਨਾਕ ਜਿਹਾ ਸਮੈਲ ਬੜੀ ਸੀਗੀ। ਤਾਂ ਉਹ ਉਹਨਾਂ ਨੇ ਫਿਰ 6-7 2 ਦਿਨ ਜਿਹੜੇ ਨੇ ਇਹ ਬਾਡੀ ਜਿਹੜੀ ਇੱਕ ਅਪਾਰ ਸਿੰਘ ਬਾਜਵਾ ਹੁੰਦਾ ਸੀ DSP ਸਿਟੀ ਅੰਮ੍ਰਿਤਸਰ, ਉਹਦੀ ਡਿਊਟੀ ਲਾਈ ਸੀਗੀ ਵੀ ਤੁਸੀਂ ਲਾਸ਼ਾਂ ਦੀ ਜਿਹੜੀ ਹੈਗੀ ਹੈ ਸੁਪਰਵਿਜ਼ਨ ਕਰਨੀ ਹੈ, ਇੰਜਰਡ ਨੂੰ ਇਵੈਕੂਏਟ ਕਰਨਾ ਹੈ ਦਰਬਾਰ ਸਾਹਿਬ। ਉਹਨੇ ਗਿਣੀਆਂ ਸੀਗੀਆਂ ਡੈਡ ਬਾਡੀਜ਼, ਕੋਈ 717 ਦੇ ਕਰੀਬ ਡੈਡ ਬਾਡੀਜ਼ ਜਿਹੜੀਆਂ ਹੈਗੀਆਂ ਸਿਵਲੀਅਨਸ ਦੀਆਂ ਦਰਬਾਰ ਸਾਹਿਬ ਤੋਂ ਰਿਮੂਵ ਹੋਈਆਂ। ਜਨਰਲ ਬਰਾੜ ਨੇ ਤੇ ਆਪਣੀ ਕਿਤਾਬ 'ਚ ਕੋਈ 80-87 ਦੇ ਕਰੀਬ ਉਹਨਾਂ ਨੇ ਕਿਹਾ ਵੀ ਬੰਦਿਆਂ ਦਾ ਅੰਦਰ ਸ਼ਹਾਦਤ ਹੋਈ ਫੌਜੀਆਂ ਦੀ। ਲੇਕਿਨ ਜਨਰਲ ਹੂਨ ਜਿਹੜਾ ਕਿ ਸੁੰਦਰ ਜੀ ਤੋਂ ਬਾਅਦ ਵੈਸਟਰਨ ਕਮਾਂਡ ਦਾ ਚੀਫ ਬਣਿਆ, ਉਹਨੇ ਕਿਹਾ ਵੀ 300 ਬੰਦੇ ਦੀ ਅੰਦਰ ਫੌਜੀਆਂ ਦੀ ਤੇ ਪੈਰਾਮਿਲਟਰੀ ਫੋਰਸਿਸ ਦੀ ਟੋਟਲ ਡੈਥ
ਆਮੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਲਈ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਹਨ ਸਰਦਾਰ ਰਮੇਸ਼ ਇੰਦਰ ਸਿੰਘ, ਪੰਜਾਬ ਦੇ ਸਾਬਕਾ ਮੁੱਖ ਸਕੱਤਰ, ਕੱਦਾਵਰ ਅਧਿਕਾਰੀ, ਲੰਬਾ ਸਮਾਂ ਪੰਜਾਬ ਦੀ ਵੱਖ-ਵੱਖ ਖੇਤਰਾਂ 'ਚ ਕੀਤੀ ਸੇਵਾ, ਇੱਕ ਛਾਪ ਛੱਡ ਕੇ ਗਏ ਆ ਪ੍ਰਸ਼ਾਸਨ ਦੇ ਪੰਜਾਬ ਦੇ ਉੱਪਰ। ਕੇਵਲ ਇੰਨਾ ਹੀ ਨਹੀਂ, ਜਿਵੇਂ ਕਲਾਈਨ 'ਚ ਇਹਨਾਂ ਦੀ ਪੰਜਾਬ ਨਾਲ ਜੁੜੇ ਮੁੱਦਿਆਂ ਦੀ ਜਾਣ ਪਹਿਚਾਣ ਕਰਾਵਾਂ ਤਾਂ ਕਿਸਾਨੀ ਮਾਮਲਿਆਂ ਨੂੰ ਲੈ ਕੇ ਕਿਰਤੀ ਕਿਸਾਨ ਫੋਰਮ ਉਹਦੇ ਕੋ-ਕਨਵੀਨਰ ਨੇ, ਔਰ ਜਦੋਂ ਕਿਸਾਨੀ ਅੰਦੋਲਨ ਲੜਿਆ ਗਿਆ ਤਾਂ ਉਸ ਵੇਲੇ ਵੀ ਬਹੁਤ ਵੱਡੀ ਭੂਮਿਕਾ ਨਿਭਾਈ। ਅੱਜ ਆਪਾਂ ਇਹਨਾਂ ਦੇ ਨਾਲ ਆਪਰੇਸ਼ਨ ਬਲੂ ਸਟਾਰ ਉਸ ਮੁੱਦੇ ਤੇ ਇਹਨਾਂ ਨਾਲ ਲਵਾਂਗੇ ਸਵਾਲ। ਇਤਫਾਕ ਹੈ ਸਰ ਰਮੇਸ਼ ਇੰਦਰ ਸਿੰਘ ਜਦੋਂ ਇਹ ਐਡਾ ਵੱਡਾ ਘੱਲੂਘਾਰਾ ਵਾਪਰਿਆ, ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ, ਤਾਂ ਉਸ ਵੇਲੇ ਉਹਨਾਂ ਦਿਨਾਂ ਦੇ ਵਿੱਚ ਡਿਪਟੀ ਕਮਿਸ਼ਨਰ ਸਨ ਅੰਮ੍ਰਿਤਸਰ ਦੇ। ਉਹਨਾਂ ਮੁੱਦਿਆਂ 'ਤੇ ਆਪਾਂ ਜਾਣਾਂਗੇ, ਉਹ ਚੀਜ਼ ਬਾਰੇ ਜਿਹੜੀ ਕਦੇ ਵੀ ਸਦੀਆਂ ਤੱਕ ਵੀ ਨਹੀਂ ਭੁਲਾਈ ਜਾ ਸਕੇਗੀ। ਸਰ ਰਮੇਸ਼ ਇੰਦਰ ਸਿੰਘ ਜੀ, ਸਾਡੇ ਚੈਨਲ ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ ਹੋ, ਜੀ ਆਇਆਂ ਨੂੰ, ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਪਹਿਲਾ ਸਵਾਲ, ਜਿੱਦਾਂ ਆਪਾਂ ਜਿਸ ਸਥਿਤੀ ਦਾ ਜ਼ਿਕਰ ਕਰ ਰਹੇ ਹਾਂ, ਮੈਂ ਆਪਣੇ ਦਰਸ਼ਕਾਂ ਲਈ ਜ਼ਰੂਰ ਇਹ ਜਾਣਨਾ ਚਾਹਾਂਗਾ ਕਿ ਆਪਰੇਸ਼ਨ ਘੱਲੂਘਾਰਾ ਸਾਕਾ ਨੀਲਾ ਤਾਰਾ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਤੌਰ ਤੇ ਤੁਸੀਂ ਉਹਨਾਂ ਮੰਦਭਾਗੇ ਦਿਨਾਂ 'ਚ ਕਦੋਂ ਇਹ ਜ਼ਿੰਮੇਵਾਰੀ ਸੰਭਾਲੀ? ਇਸ ਤਰ੍ਹਾਂ ਜੀ ਕਿ ਮੇਰੇ ਤੋਂ ਪਹਿਲਾਂ ਸਰਦਾਰ ਗੁਰਦੇਵ ਸਿੰਘ ਬਰਾੜ ਉੱਥੇ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਡਿਪਟੀ ਕਮਿਸ਼ਨਰ ਸਨ। ਉਹਨਾਂ ਨੇ ਅਪ੍ਰੈਲ 84 ਦੇ ਵਿੱਚ ਅਬਰੋਡ ਜਾਣ ਦੇ ਲਈ, ਅਮਰੀਕਾ ਜਾਣ ਲਈ, ਉਹਨਾਂ ਦਾ ਉੱਥੇ ਬੇਟਾ ਹੈਗਾ, ਛੁੱਟੀ ਲਈ ਅਪਲਾਈ ਕੀਤਾ ਸੀਗਾ ਜੀ। ਔਰ ਸਰਕਾਰ ਨੇ ਮੇਰੀ ਜੋ ਪੋਸਟਿੰਗ ਕੀਤੀ ਸੀ, ਉਹ ਆਰਡਰ ਜੋ ਇਸ਼ੂ ਕੀਤਾ ਉਹਨਾਂ ਦੀ ਛੁੱਟੀ ਸੈਂਕਸ਼ਨ ਕਰਦੇ ਵਕਤ ਕਿ ਮੈਂ 5 ਜੂਨ ਨੂੰ ਉੱਥੇ ਜੁਆਇਨ ਕਰਾਂਗਾ। ਲੇਕਿਨ ਉਦੋਂ ਪਹਿਲਾਂ ਹੀ ਸਥਿਤੀ ਜਿਹੜੀ ਸੀਗੀ ਉਹ ਵਿਗੜ ਗਈ ਤੇ ਮੈਨੂੰ ਆਦੇਸ਼ ਦਿੱਤੇ ਗਏ ਕਿ ਉਹਨਾਂ ਨੇ ਤੇ ਛੁੱਟੀ ਚਲੇ ਜਾਣਾ ਹੈ, ਵੀ ਤੁਸੀਂ ਇੱਕ ਦਿਨ ਪਹਿਲਾਂ ਹੀ ਚਲੇ ਜਾਓ ਉੱਥੇ। ਤੇ ਮੈਂ 4 ਜੂਨ ਨੂੰ ਜਾ ਕੇ ਉੱਥੇ ਜੁਆਇਨ ਕਰ ਲਿਆ ਸੀਗਾ। ਰਮੇਸ਼ ਇੰਦਰ ਸਿੰਘ ਜੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਸਥਿਤੀ ਪਹਿਲਾਂ ਹੀ ਵਿਗੜ ਗਈ ਸੀ ਜਦੋਂ ਤੁਸੀਂ ਆਪਣਾ ਅਹੁਦਾ ਸੰਭਾਲਿਆ, ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਉਸ ਵਿਗੜੀ ਹੋਈ ਸਥਿਤੀ ਦੇ ਦੌਰਾਨ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ, ਕੀ ਸਿਵਲ ਪ੍ਰਸ਼ਾਸਨ ਤੇ ਫੌਜੀ ਅਧਿਕਾਰੀਆਂ ਨੇ ਕੋਈ ਜੁਆਇੰਟ ਮੀਟਿੰਗ ਕੀਤੀ ਕਿ ਇਹੋ ਜਿਹੀ ਸਥਿਤੀ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਜਾਂ ਕਿਵੇਂ ਨਜਿੱਠਿਆ ਜਾਵੇ? ਇਸ ਤਰ੍ਹਾਂ ਜੀ, ਸਰਦਾਰ ਗੁਰਦੇਵ ਸਿੰਘ ਬਰਾੜ ਨੇ 3 ਤਰੀਕ ਸੁਬਾਹ ਅੰਮ੍ਰਿਤਸਰ ਦੇ ਵਿੱਚ ਕਰਫਿਊ ਲਗਾ ਦਿੱਤਾ ਸੀਗਾ। ਔਰ ਉਹ ਜੋ ਉਹਨਾਂ ਨੇ ਮੈਨੂੰ ਦੱਸਿਆ, ਆਪਣੇ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਵੱਲੋਂ ਉਹਨਾਂ ਨੂੰ ਆਦੇਸ਼ ਆਇਆ ਸੀਗਾ ਕਿ ਸੁਬਾਹ ਤੋਂ ਕਰਫਿਊ ਲਗਾ ਦਿੱਤਾ ਜਾਏ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ 3 ਜੂਨ ਆਪਣੇ ਗੁਰੂ ਮਹਾਰਾਜ ਦਾ ਸ਼ਹੀਦੀ ਦਿਹਾੜਾ ਸੀਗਾ। ਬਹੁਤ ਸੰਗਤਾਂ ਬਾਹਰੋਂ ਆਈਆਂ ਹੋਈਆਂ ਸੀਗੀਆਂ ਦਰਸ਼ਨ ਕਰਨ ਦੇ ਲਈ। ਸੰਗਰੂਰ ਤੋਂ ਇੱਕ ਜੋ ਐਜੀਟੇਸ਼ਨ ਚੱਲ ਰਹੀ ਸੀ ਅਕਾਲੀ ਦਲ ਦੀ ਮੋਰਚਾ, ਉਹਦੇ 'ਚ ਅਰੈਸਟ ਕਰਦੇ ਨੇ ਤਾਂ ਇੱਕ ਦਿਨ ਪਹਿਲਾਂ ਆ ਜਾਂਦੇ ਨੇਗੇ ਲੋਕ, ਜਾ ਕੇ ਸਰਾਂ 'ਚ ਠਹਿਰਦੇ ਸੀ, ਅਗਲੇ ਦਿਨ ਉਹ ਆਪਣੀ ਅਰੈਸਟ ਆਫਰ ਕਰਦੇ ਸੀਗੇ। ਤਾਂ ਉਹ ਇੱਕ ਜਥਾ ਵੀ ਆਇਆ ਹੋਇਆ ਸੀ ਜੋ ਸਰਾਂ ਦੇ ਵਿੱਚ ਸੀਗਾ। ਤਾਂ ਕਰਫਿਊ ਲੱਗਣ ਕਾਰਨ ਹੀ ਅੰਦਰ ਲੋਕ ਬੰਦ ਹੋ ਗਏ, ਇੱਕ ਤਰੀਕੇ ਦੇ ਨਾਲ ਬਾਹਰ ਨਹੀਂ ਨਿਕਲ ਸਕੇ। ਇਹ ਗੱਲ ਸੌਰੀ ਵਿੱਚੋਂ ਟੋਕਣ ਲੱਗਿਆ, ਜਦੋਂ ਤੁਸੀਂ ਕਿਹਾ ਕਿ ਅਚਾਨਕ ਕਰਫਿਊ ਲੱਗਿਆ, ਲੋਕ ਅੰਦਰ ਬੰਦ ਹੋ ਗਏ, ਕੀ ਉਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕੋਈ ਇੱਦਾਂ ਦੀ ਚੇਤਾਵਨੀ ਦਿੱਤੀ ਗਈ? ਜਿੱਦਾਂ ਤੁਸੀਂ ਕਿਹਾ ਸਧਾਰਨ ਲੋਕ ਜਿਹੜੇ ਸ਼ਰਧਾਲੂ ਸੀ ਉਹ ਅੰਦਰ ਆ ਗਏ, ਜਾਂ ਜਿਸ ਤਰੀਕੇ ਨਾਲ ਮੋਰਚੇ ਵਾਲੇ ਅੰਦਰ ਚਲੇ ਗਏ ਕਿ ਵੀ ਤੁਹਾਨੂੰ ਇੰਨਾ ਸਮਾਂ ਦਿੱਤਾ ਜਾਂਦਾ ਹੈ, ਜਿਹੜੇ ਬਾਹਰ ਨਿਕਲ ਸਕਦੇ ਨਿਕਲ ਜਾਓ? ਨਹੀਂ ਜੀ, ਉਦੋਂ ਤਾਂ ਇਸ ਤਰ੍ਹਾਂ ਜੀ, ਉਸ 3 ਤਰੀਕ ਨੂੰ ਸੁਬਾਹ ਤੱਕ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਕੀ ਹੋਣਾ। ਪ੍ਰਸ਼ਾਸਨ ਨੂੰ ਵੀ ਨਹੀਂ ਸੀ ਪਤਾ, ਸਰਦਾਰ ਗੁਰਦੇਵ ਸਿੰਘ ਬਰਾੜ ਨੂੰ ਵੀ ਨਹੀਂ ਸੀ ਪਤਾ ਜਿਨ੍ਹਾਂ ਨੇ ਕਰਫਿਊ ਲਾਇਆ ਜੀ। ਹਾਂਜੀ, ਤੋਂ ਅਨਾਉਂਸਮੈਂਟ ਕਰਨ ਦਾ ਤਾਂ ਮਤਲਬ ਹੀ ਨਹੀਂ ਸੀਗਾ, ਕਿਉਂਕਿ ਅੰਮ੍ਰਿਤਸਰ ਤਾਂ ਹਰ ਤੀਜੇ ਚੌਥੇ ਦਿਨ ਕਰਫਿਊ ਲੱਗਦਾ ਹੀ ਰਹਿੰਦਾ ਸੀਗਾ ਰੂਟੀਨ ਦੇ ਵਿੱਚ। ਤੋਂ 3 ਤਰੀਕ ਸ਼ਾਮ ਨੂੰ ਜਦ ਇਹ ਹੈਰਾਨੀ ਵਾਲੀ ਸੌਰੀ ਸਰ, ਇਹ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕੀ ਵਾਪਰਨ ਜਾ ਰਿਹਾ? ਨਹੀਂ ਜੀ, ਉਹਨਾਂ ਨੂੰ ਨਹੀਂ ਸੀ ਪਤਾ। ਮੈਂ ਤੁਹਾਨੂੰ ਉਹੀ ਡਿਟੇਲ ਦੱਸ ਰਿਹਾ। 3 ਜੂਨ ਨੂੰ ਉਹਨਾਂ ਨੂੰ ਮੇਜਰ ਜਨਰਲ KS ਬਰਾੜ ਦਾ ਇੱਕ ਡੀਓ ਲੈਟਰ ਆਇਆ ਦੁਪਹਿਰ ਦੇ ਕਰੀਬ ਜੀ। ਤੇ ਉਸ ਡੀਓ 'ਚ ਉਹਨਾਂ ਨੇ ਉਹ ਦੱਸਿਆ ਕਿ ਵੀ ਮੈਂ ਸਰ ਗੁਰਦੇਵ ਸਿੰਘ ਇੱਥੇ ਆਇਆਗਾ ਮੇਰਠ ਤੋਂ, ਤੇ ਮੈਨੂੰ ਆਦੇਸ਼ ਹੋਏ ਨੇ ਕਿ ਮੈਂ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਦੇ ਲਈ ਅੰਮ੍ਰਿਤਸਰ ਜਾਵਾਂ, ਤੇ ਮੈਂ ਅੱਜ ਸ਼ਾਮ ਨੂੰ ਇੱਕ ਮੀਟਿੰਗ ਕਰਾਂਗਾ, ਤੇ ਉਸ ਮੀਟਿੰਗ ਤੁਸੀਂ ਆਓ ਤਾਂ ਕਿ ਆਪਣਾ ਤਾਰਫ ਹੋ ਚੁੱਕੇ, ਇੱਕ ਦੂਜੇ ਨਾਲ ਇੰਟਰੋਡਕਸ਼ਨ ਹੋ ਜਾਏ। ਤਾਂ ਉਹ ਮੀਟਿੰਗ ਇੱਦਾਂ ਦਾ ਹੀ ਡੀਓ ਉਹਨਾਂ ਨੇ ਹੋਰ ਜਿਹੜੇ ਸਿਵਲ ਅਫਸਰ ਸੀ ਉਹਨਾਂ ਨੂੰ ਵੀ ਉੱਥੇ ਇਸ਼ੂ ਕੀਤਾ।
SSP ਸੀਗੇ ਚੌਧਰੀ ਸੂਬੇ ਸਿੰਘ, ਆਪਣੇ MPS ਔਲਖ ਉਦੋਂ ਇੰਟੈਲੀਜੈਂਸ ਬਿਊਰੋ ਦੇ ਉੱਥੇ ਸੀਗੇ ਹੈੱਡ, ਜਿਹੜੇ ਬਾਅਦ ਚ ਆਪਣੇ DGP ਬਣੇ ਨੇ ਪੰਜਾਬ ਦੇ। ਇਸੇ ਤਰ੍ਹਾਂ PS ਪਿੰਡਰ, ਉਹ ਵੀ IPS ਅਫਸਰ ਸੀਗੇ ਮਨੀਪੁਰ ਕਾਡਰ ਦੇ, ਉੱਥੇ ਉਸ ਟਾਈਮ DIG ਸੀਗੇ BSF ਦੇ। CRPF ਦਾ DIG ਵੀ ਸੀਗਾ ਤਿਵਾੜੀ, ਆਪਣੇ ਪੰਜਾਬ ਕਾਡਰ ਦੇ ਸੀ, ਉਹ ਵੀ ਸੀਗੇ। ਇੱਕ ਸਹਿਜ ਰਾਮ ਸ਼ਰਮਾ ਹੁੰਦੇ ਸੀ ਪੰਜਾਬ ਦੇ ਐਡੀਸ਼ਨਲ DIG ਸੀ, ਉਹ ਵੀ ਸੀ। ਇਹ ਸਾਰੇ ਹਾਜ਼ਰ ਸੀ ਉਸ ਮੀਟਿੰਗ ਦੇ ਵਿੱਚ। ਨਾਲ ਇਹਨਾਂ ਦੇ ਆਪਣੇ ਪੰਡਿਤ ਹਰਜੀਤ ਸਿੰਘ SP CID, ਉਹ ਵੀ ਸੀਗੇ, ਫੌਜ ਦੇ ਅਫਸਰ ਵੀ ਸੀਗੇ। ਉਸ ਮੀਟਿੰਗ 'ਚ ਪਹਿਲੀ ਵਾਰ ਇਹਨਾਂ ਨੂੰ ਸਾਰੇ ਅਫਸਰਾਂ ਨੂੰ ਦੱਸਿਆ ਗਿਆ, ਉਹ ਵੀ ਜਨਰਲ ਬਰਾੜ ਵੱਲੋਂ, ਪੰਜਾਬ ਸਰਕਾਰ ਵੱਲੋਂ ਨਹੀਂ, ਕਿ ਇਸ ਤਰ੍ਹਾਂ ਫੌਜ ਜਿਹੜੀ ਹੈ ਆ ਰਹੀ ਸ਼ੁਰੂ ਹੋ ਗਈ ਹੈ, ਤੇ ਅਸੀਂ ਸਾਨੂੰ ਹਦਾਇਤ ਹੋਈ ਹੈ ਐਕਸ਼ਨ ਕਰਨ ਦੀ ਜਿਹੜੀ ਹੈ। ਸੋ ਉਸ ਮੀਟਿੰਗ 'ਚ ਉਹਨਾਂ ਨੂੰ ਪਤਾ ਲੱਗਿਆ। ਉਸ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਕੋਈ ਜਾਣਕਾਰੀ ਨਹੀਂ ਸੀਗੀ। ਮੈਂ ਜਦ ਇੱਥੋਂ ਚੰਡੀਗੜ੍ਹੋਂ ਚੱਲਿਆ ਗਾ, ਤੁਹਾਨੂੰ ਉਹੀ ਦੱਸਦਾ ਨਾ ਕਿ ਮੈਨੂੰ ਵੀ ਕਿਸੇ ਨੇ ਨਹੀਂ ਦੱਸਿਆ, ਚੀਫ ਸੈਕਟਰੀ ਸਾਹਿਬ ਨੇ, ਹੋਮ ਸੈਕਟਰੀ ਨੇ ਜਾਂ ਗਵਰਨਰ ਨੇ, ਵੀ ਐਕਸ਼ਨ ਹੋਣ ਵਾਲਾ ਹੈਗਾ। ਸਿਰਫ ਇਹੀ ਹਦਾਇਤ ਕੀਤੀ ਵੀ ਤੁਸੀਂ 3 ਤਰੀਕ ਦੀ ਛੁੱਟੀ ਹੈ, 4 ਨੂੰ ਜਾ ਕੇ ਚਾਰਜ ਲੈ ਲਓ, ਕਿਉਂਕਿ ਗੁਰਦੇਵ ਬਰਾੜ ਨੇ ਆਪਣੀਆਂ ਟਿਕਟਾਂ ਬੁੱਕ ਕਰਾਤੀਆਂ ਸੀ ਅਪ੍ਰੈਲ 'ਚ, ਉਹਨਾਂ ਨੇ 8 ਜੂਨ ਦੀਆਂ ਦਿੱਲੀ ਤੋਂ ਅਮਰੀਕਾ ਜਾਣ ਦੇ ਲਈ। ਹਾਂਜੀ, ਤੁਹਾਨੂੰ ਜਾਣ ਤੋਂ ਪਹਿਲਾਂ ਕੋਈ ਐਸੀ ਇੰਡੀਕੇਸ਼ਨ ਨਹੀਂ ਸੀ, ਕੋਈ ਬਰੀਫਿੰਗ ਨਹੀਂ ਸੀ ਕਿ ਸਾਕਾ ਨੀਲਾ ਤਾਰਾ ਜਾਂ ਦਰਬਾਰ ਸਾਹਿਬ ਤੇ ਫੌਜ ਜਿਹੜੀ ਆ ਰਹੀ ਹੈ। ਨਹੀਂ ਜੀ। ਹਾਂਜੀ, ਕਿਸ ਸਟੇਜ ਦੇ ਉੱਤੇ ਫਿਰ ਇਨਵੋਲਵ ਕੀਤਾ ਗਿਆ ਸਿਵਲ ਪ੍ਰਸ਼ਾਸਨ? ਨਹੀਂ, ਸਵਾਏ ਇਸ ਦੇ ਕਿ ਉਹਨਾਂ ਨੇ ਦੱਸਿਆ ਕਿ ਅਸੀਂ ਆ ਗਏ ਹਾਂ ਤੇ ਐਕਸ਼ਨ ਹੋਏਗਾ। ਇਸ ਅਨਾਉਂਸਮੈਂਟ ਨੂੰ ਛੱਡ ਕੇ ਕੋਈ ਸਿਵਲ ਐਡਮਿਨਿਸਟ੍ਰੇਸ਼ਨ ਦੀ ਇਨਵੋਲਵਮੈਂਟ ਨਹੀਂ ਸੀਗੀ। 4 ਤਰੀਕ ਨੂੰ ਫਿਰ ਉਹਨਾਂ ਨੇ ਦੁਬਾਰਾ ਮੀਟਿੰਗ ਕੀਤੀ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ। ਉੱਥੇ ਫਿਰ PS ਪਿੰਡਰ ਜਿਹੜੇ DIG ਸੀ ਤੇ ਉਹਨਾਂ ਦੀ ਤੇ ਮੇਜਰ ਜਨਰਲ ਬਰਾੜ ਦੀ ਆਪਸ ਤਲਖੀ ਵੀ ਹੋਈ ਥੋੜੀ ਜੀ। ਹਾਂਜੀ, ਤੋ ਮਤਲਬ ਐਡਮਿਨਿਸਟ੍ਰੇਸ਼ਨ ਨੂੰ ਤਾਂ ਇਨਵੋਲਵ ਹੀ ਨਹੀਂ ਸੀ ਕੀਤਾ। ਸੋ ਮਚ ਸੋ ਕਿ 3 ਜੂਨ ਦੀ ਰਾਤ ਨੂੰ ਸਾਰੇ ਅੰਮ੍ਰਿਤਸਰ ਦੇ ਟੈਲੀਫੋਨ ਲਾਈਨਾਂ ਕੱਟ ਕਰ ਦਿੱਤੀਆਂ ਗਈਆਂ ਸੀ। ਈਵਨ DC ਦਾ ਟੈਲੀਫੋਨ, SSP ਦਾ ਟੈਲੀਫੋਨ, ਮੇਰੇ ਦੂਜੇ ਅਫਸਰਾਂ ਦਾ ਟੈਲੀਫੋਨ, ਅਸੀਂ ਆਪਸ 'ਚ ਵੀ ਨਹੀਂ ਸੀ ਗੱਲ ਕਰ ਸਕਦੇ। ਕੁਝ ਇੱਕ ਦੂਜੇ ਨੂੰ ਨਹੀਂ ਸੀ ਪਤਾ ਕਿ ਕੀ ਹੋਣ ਜਾ ਰਿਹਾ, ਕਿਉਂਕਿ ਕਰਫਿਊ ਲੱਗ ਗਿਆ ਸੀਗਾ। ਉਹ ਤਾਂ 3 ਨੂੰ ਹੀ ਲਾਤਾ ਸੀ ਗੁਰਦੇਵ ਬਰਾੜ ਨੇ, ਤੇ 3 ਰਾਤ ਨੂੰ ਜਿਹੜੇ ਨੇ ਟੈਲੀਫੋਨ ਕੱਟ ਹੋ ਗਏ ਸਾਰੇ। ਹਾਂਜੀ, ਤੇ ਮੈਂ ਤਾਂ ਆਪਦੇ ਚੀਫ ਸੈਕਟਰੀ ਤੇ ਹੋਮ ਸੈਕਟਰੀ ਨਾਲ ਵੀ ਨਹੀਂ ਸੀ ਗੱਲ ਕਰ ਸਕਦਾ 4 ਨੂੰ। ਇਹੋ ਜਿਹੀ ਸਥਿਤੀ ਬਣੀ, ਸਾਰਿਆਂ ਨੂੰ ਕੱਟ ਕਰ ਦਿੱਤਾ ਜੀ। ਜਿਸ ਤਰ੍ਹਾਂ ਦੀ ਸਥਿਤੀ ਬਣੀ ਸੀ, ਉਸ ਸਥਿਤੀ ਦੇ ਦੌਰਾਨ ਜੋ ਆਪਾਂ ਗੱਲ ਕਰਦੇ ਹਾਂ ਕਿ 3 ਜੂਨ ਤੋਂ ਘੇਰਾਬੰਦੀ ਜਿਸ ਤਰੀਕੇ ਨਾਲ ਸਾਰਾ ਆ ਕੇ ਉਹਨੇ ਮੀਟਿੰਗ ਕੀਤੀ ਕਿ ਹੁਣ ਅਸੀਂ ਇਹ ਕਾਰਵਾਈ ਕਰਨ ਜਾ ਰਹੇ ਹਾਂ 6 ਜੂਨ ਤੱਕ, ਇਹ ਦੌਰਾਨ ਉਹਨਾਂ ਵੱਲੋਂ ਕੋਈ ਸਿਵਲ ਦੀ ਕੋਈ ਮਦਦ ਲਈ ਗਈ ਜਾਂ ਟੋਟਲੀ ਸਿਵਲ ਨੂੰ ਕੱਟ ਆਫ ਰੱਖਿਆ ਗਿਆ? ਨਹੀਂ ਜੀ, ਕੋਈ ਮਦਦ ਨਹੀਂ ਲਈ ਹੋਈ। ਹੋਇਆ ਇਸ ਤਰ੍ਹਾਂ ਸੀਗਾ ਕਿ ਤੁਹਾਨੂੰ ਜੇ ਮੈਂ ਬੈਕਗਰਾਊਂਡ ਦੇ ਦਿਆਂ ਥੋੜੀ ਜਿਹੀ ਜਿਹੜੀ ਹੈ। ਪੰਜਾਬ ਦੇ ਗਵਰਨਰ BD ਪਾਂਡੇ, ਉਹਨਾਂ ਨੇ ਕਿਤਾਬ ਲਿਖੀ ਹੈਗੀ, ਉਹਨਾਂ ਦੀ ਮੌਤ ਤੋਂ ਬਾਅਦ ਪਬਲਿਸ਼ ਹੋਈ ਹੈ। ਉਹ ਕਹਿ ਰਹੇ ਨੇ ਵੀ ਮੈਨੂੰ ਦਿੱਲੀ ਬੁਲਾਇਆ ਗਿਆ ਅਰਾਊਂਡ 2 ਜੂਨ ਜਾਂ 1 ਜੂਨ ਦੇ ਕਰੀਬ। ਹਾਂਜੀ, ਤੇ ਉਹ ਉੱਥੇ ਗਏ। ਪ੍ਰਾਈਮ ਮਿਨਿਸਟਰ ਦੇ ਪ੍ਰਿੰਸੀਪਲ ਸੈਕਟਰੀ PC ਅਲੈਗਜ਼ੈਂਡਰ ਤੇ ਕੈਬਨਿਟ ਸੈਕਟਰੀ ਨਾਲ ਉਹਨਾਂ ਦੀ ਮੀਟਿੰਗ ਹੋਈ। ਉਹਨਾਂ ਨੇ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਤੁਸੀਂ ਫੌਜ ਬੁਲਾਓ, ਹੁਕਮ ਦੇ ਦਿੱਤੇ ਗਏ ਨੇਗੇ। ਤੇ ਫਿਰ ਉਹਨਾਂ ਨੇ ਮੀਟਿੰਗ ਤੋਂ ਬਾਅਦ ਕਿਹਾ ਵੀ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਵੀ ਇੱਥੇ ਆ ਰਿਹਾ ਹੈ, ਪਰ ਨਾਲ ਉਹਨਾਂ ਨੂੰ ਹਦਾਇਤ ਕੀਤੀ ਕਿ ਉਹਨੂੰ ਵੀ ਨਹੀਂ ਦੱਸਣਾ ਤੁਸੀਂ ਵੀ ਫੌਜ ਨੂੰ ਬੁਲਾ ਲਿਆ ਗਿਆ। ਮਤਲਬ ਸੋ ਮਚ ਸੋ ਗਵਰਨਰ ਨੂੰ ਵੀ ਲਾਸਟ ਮਿੰਟ ਤੇ ਦੱਸਿਆ। ਆ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਜਿਹੜਾ ਹੈਗਾ ਉਹਨੂੰ ਉਹ ਰੋਕਤਾ ਕਿ ਉਹਨੂੰ ਦੱਸਣਾ ਨਹੀਂਗਾ। ਇਹੋ ਜੀ ਸੀਕ੍ਰੇਸੀ ਇਸ ਢੰਗ ਨਾਲ ਸਾਰੀ ਕਾਰਵਾਈ ਜਿਹੜੀ ਕੀਤੀ ਗਈ। ਹਾਲਾਂਕਿ 25 ਮਈ ਨੂੰ ਜਨਰਲ ਵੈਦਿਆ ਜਿਹੜੇ ਫੌਜ ਦੇ ਮੁਖੀ ਸੀ, ਉਹਨਾਂ ਨੂੰ ਬੁਲਾ ਕੇ ਮਿਸਿਸ ਇੰਦਰਾ ਗਾਂਧੀ ਨੇ ਆਪ ਮੀਟਿੰਗ ਕਰਕੇ ਮੈਂਡੇਟ ਦੇ ਦਿੱਤਾ ਸੀ, ਹਦਾਇਤ ਦੇ ਦਿੱਤੀ ਸੀ ਫੌਜ ਜਾਵੇ। ਹਾਂਜੀ, 29 ਤਰੀਕ ਨੂੰ ਪਹਿਲੀ ਟੁਕੜੀ ਜਿਹੜੀ ਸੀਗੀ 29 ਮਈ ਨੂੰ ਆਪਣੇ ਮੇਰਠ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚ ਗਈ ਸੀ। 3 ਜੂਨ ਤੋਂ ਘੇਰਾਬੰਦੀ ਹੋ ਗਈ, ਰਾਤ ਸਾਰੀ ਫੌਜ ਪਹੁੰਚ ਗਈ ਸੀਗੀ। ਉਹਨਾਂ ਨੇ ਇਨਸਰਕਲ ਕਰ ਲਿਆ ਸੀਗਾ। ਬਿਹਾਰ ਰੈਜੀਮੈਂਟ ਸੀਗੀ, ਸਪੈਸ਼ਲ ਫਰੰਟੀਅਰ ਫੋਰਸ ਸੀ, 1st ਪੈਰਾ ਸੀਗੀ, 10 ਗਾਰਡ ਸੀਗੇ, ਡਿਫਰੈਂਟ ਬਟਾਲੀਅਨਸ ਆਫ ਦਾ ਆਰਮੀ। ਉਹ 3 ਤਰੀਕ ਨੂੰ ਉਹਨਾਂ ਨੇ ਘੇਰਾਬੰਦੀ ਕਰ ਲਈ ਸੀ ਪੂਰੀ ਅੰਮ੍ਰਿਤਸਰ ਦੀ। ਜਿਸ ਤਰ੍ਹਾਂ ਘੇਰਾਬੰਦੀ ਕੀਤੀ, ਬਾਅਦ ਜਿਸ ਤਰੀਕੇ ਨਾਲ ਫੌਜ ਵੱਲੋਂ ਸਾਰੀ ਕਾਰਵਾਈ ਕੀਤੀ ਗਈ, ਅਕਸਰ ਇਸ ਮੁੱਦੇ ਤੇ ਜਿਸ ਢੰਗ ਨਾਲ ਮਾਨਵਤਾ, ਸ਼ਰਮਸਾਰ, ਪਵਿੱਤਰ ਸਥਾਨ ਲਹੂ ਲਹਾਨ ਹੋਇਆ, ਜਿਸ ਤਰ੍ਹਾਂ ਉੱਤੇ ਤਬਾਹੀ ਦਾ ਮੰਜ਼ਰ ਵਾਪਰਿਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹ ਸ਼ਹਾਦਤ ਪਾ ਗਏ, ਤੇ ਇਹ ਆਪਰੇਸ਼ਨ ਬਲੂ ਸਟਾਰ ਦਾ ਉਸ ਦੇ ਨਾਲ ਹੀ ਜਿਹੜੀ ਕਾਰਵਾਈ ਸੀ ਇਹਦਾ ਖਾਤਮਾ ਹੋਇਆ। ਉਸ ਤੋਂ ਬਾਅਦ ਤੁਹਾਨੂੰ ਕਿਸ ਦਿਨ ਜਾਣ ਦਾ ਮੌਕਾ ਮਿਲਿਆ? ਦੇਖੋ ਇਸ ਤਰ੍ਹਾਂ ਜੀ, ਮੈਂ ਜਦ ਗੁਰਦੇਵ ਬਰਾੜ
ਚਾਰ ਛੱਡ ਕੇ 4 ਤਰੀਕ ਨੂੰ ਗਏ ਨੇ, ਉਹਨਾਂ ਨੇ ਕਿਹਾ ਵੀ ਤੂੰ ਮੇਰੇ ਘਰ ਆ ਜਾ, ਇੱਥੇ ਲੰਗਰ ਚੱਲਦਾ, ਕਿੱਥੇ ਆਪਣੇ ਗੈਸਟ ਹਾਊਸ 'ਚ ਬੈਠੇਗਾ ਸਰਕਟ ਹਾਊਸ 'ਚ। ਤੋਂ ਉਹਨਾਂ ਦੀ ਰੈਜ਼ੀਡੈਂਸ ਸ਼ਿਫਟ ਕਰ ਗਿਆ ਸੀਗਾ। ਤੋਂ ਉੱਥੇ ਰਾਤ ਨੂੰ ਆਵਾਜ਼ ਆਉਂਦੀ, ਸਾਰਾ ਅੰਮ੍ਰਿਤਸਰ ਤਾਂ ਹਿੱਲਿਆ ਪਿਆ ਸੀਗਾ, ਗੋਲੀਆਂ ਦੀ, ਟੈਂਕਾਂ ਦੀ, ਤੋਪਾਂ ਦੀ ਜਿਹੜੀ ਹੈ। ਗੋਲੇ ਕਿਤੇ ਤੋਂ ਮੈਂ ਜਿਹੜਾ ਸੀਗਾ ਰਾਤ ਕੱਟੀ ਔਖੇ ਸੌਖੇ, ਟੈਲੀਫੋਨ ਤਾਂ ਹੈ ਨਹੀਂ ਸੀਗਾ ਹਾਂਜੀ। ਤੇ ਅਰਲੀ ਮਾਰਨਿੰਗ ਫਿਰ ਮੈਂ 6 ਤਰੀਕ ਨੂੰ ਜਿਹੜਾ ਫੌਜ ਦਾ ਉਹਨਾਂ ਨੇ ਕੰਟਰੋਲ ਰੂਮ ਬਣਾਇਆ ਸੀ, ਉੱਥੇ ਚਲਾ ਗਿਆ ਉੱਠ ਕੇ। ਤੇ ਉੱਥੇ ਮੈਨੂੰ ਕਿੱਥੇ ਕਿਸੇ ਦਰਬਾਰ ਸਾਹਿਬ ਤੋਂ ਕਿੰਨਾ ਨੇੜੇ? ਨਹੀਂ, ਦਰਬਾਰ ਸਾਹਿਬ ਨਹੀਂ ਜੀ, ਇਹਦਾ ਇੱਧਰ ਕੰਟੋਨਮੈਂਟ ਸੀਗਾ, ਕੰਟੋਨਮੈਂਟ ਸੀ ਜਿਹੜਾ ਮੇਨ ਉਹਨਾਂ ਦਾ ਸੀਗਾ। ਆਫ ਕੋਰਸ ਦਰਬਾਰ ਸਾਹਿਬ ਦੇ ਨੇੜੇ ਵੀ ਉਹਨਾਂ ਨੇ ਆਪਣਾ ਆਪਰੇਸ਼ਨ ਕੰਟਰੋਲ ਰੂਮ ਬਣਾਇਆ ਹੋਣਾ ਕੋਈ, ਪਰ ਉੱਥੋਂ ਜਿਹੜਾ ਕਨਵੇ ਉੱਥੋਂ ਕੀਤਾ ਜਾ ਰਿਹਾ ਸੀ। ਮਤਲਬ ਜਿਹੜਾ ਉਹਨਾਂ ਦਾ 15 ਡਿਵੀਜ਼ਨ ਫੌਜ ਦਾ ਅੰਮ੍ਰਿਤਸਰ ਬੇਸਡ ਹੈ, ਉਹਨਾਂ ਦੇ ਕੰਪਲੈਕਸ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਸੈਂਡ ਰੂਮ ਬਣਾ ਕੇ ਕੰਟਰੋਲ ਰੂਮ ਬਣਾਇਆ ਹੋਇਆ ਸੀਗਾ। ਤੇ ਉੱਥੇ ਮੈਂ ਪਹੁੰਚਿਆ ਜਦ ਸੁਬਾਹ, ਤੇ ਲੈਫਟੀਨੈਂਟ ਜਨਰਲ ਕੇ ਸੁੰਦਰ ਜੀ ਜੋ ਵੈਸਟਰਨ ਕਮਾਂਡ ਦੇ ਚੀਫ ਸੀਗੇ ਔਰ ਜਿਨ੍ਹਾਂ ਦੀ ਓਵਰਆਲ ਸੁਪਰਵਿਜ਼ਨ ਥੱਲੇ ਆਪਰੇਸ਼ਨ ਹੋਇਆ, ਉਹ ਉੱਥੇ ਪ੍ਰੈਜ਼ੈਂਟ ਸੀਗੇ। ਤੇ ਕੰਧ ਦੇ ਕੋਲੇ ਇਨਫੈਕਟ ਹੀ ਵਾਸ ਬਰੂਡਿੰਗ, ਨਕਸ਼ਾ ਲੱਗਿਆ ਹੋਇਆ ਸੀ ਕੰਧ ਦਾ ਪੂਰਾ ਲੰਬਾ, ਜਿੱਦੀ ਦੀਵਾਰ ਹੁੰਦੀ ਹੈਗੀ ਹਾਂਜੀ, ਉਹਦੇ ਸਾਹਮਣੇ ਖੜਾ ਮਤਲਬ ਸੋਚ ਰਿਹਾ ਸੀਗਾ। ਉਹਨਾਂ ਦੇ ਹੀ ਹੈਡ ਫਰੋਥ ਇਨ ਹਿਜ਼ ਮਾਊਥ, ਤੇ ਚਿਹਰਾ ਵੀ ਬੜਾ ਕਾਲਾ ਜਿਹਾ ਹੋਇਆ ਹੈ। ਜਾਂ ਮੈਨੂੰ ਦੇਖ ਕੇ ਕਹਿੰਦੇ ਡੀ ਸਾਹਿਬ ਬਹੁਤ ਕਹਿੰਦੇ ਔਖਾ ਆਪਰੇਸ਼ਨ ਸੀਗਾ। ਤੇ ਮੈਂ ਕਿਹਾ ਜੀ ਮੈਨੂੰ ਸਮਝਾਓ ਤਾਂ ਸੀ, ਮੈਂ ਤੁਸੀਂ ਪਹਿਲਾਂ ਤਾਂ ਨਹੀਂ ਦੱਸਿਆ, ਕਮ ਸੇ ਕਮ ਹੁਣ ਤਾਂ ਦੱਸ ਦਿਓ ਵੀ ਕੀ ਹੈ। ਉਹਨਾਂ ਨੇ ਮੰਨੀ ਗੱਲ ਕਿ ਵੀ ਠੀਕ ਹੈ ਕਿ ਮੁਕਾਬਲਾ ਫੌਜ ਨਾਲ ਸੀ, ਪਰ ਬਹੁਤ ਔਖਾ ਮੁਕਾਬਲਾ ਸੀਗਾ। ਤੇ ਫਿਰ ਉਹਨਾਂ ਨੇ ਮੈਨੂੰ ਸਾਰਾ ਆਪਰੇਸ਼ਨ ਸਮਝਾਇਆ। ਤੇ ਮੈਂ ਕਿਹਾ ਜੀ ਮੈਨੂੰ ਦਰਬਾਰ ਸਾਹਿਬ ਸਕਾਟ ਕਰਾਓ, ਬੰਦਾ ਭੇਜੋ ਨਾਲ ਕੋਈ, ਕਿਉਂਕਿ ਅਦਰਵਾਈਜ਼ ਤਾਂ ਫੌਜ ਸੀਗੀ, ਚੱਲਣ ਨਹੀਂ ਸੀ ਦਿੰਦੇ 2 ਕਦਮ। ਉਹ ਕਹਿੰਦੇ ਅੱਜ ਨਹੀਂ, ਤੁਸੀਂ ਕੱਲ੍ਹ ਨੂੰ ਜਾਇਓ ਹਾਂਜੀ। ਸੋ ਅਗਲੇ ਦਿਨ ਮਾਰਨਿੰਗ 'ਚ ਫਿਰ ਮੈਨੂੰ ਬ੍ਰਿਗੇਡੀਅਰ, ਉਦੋਂ ਕਰਨਲ ਹੁੰਦਾ ਸੀ ਗੁਰਾਇਆ, ਉਹਨੇ ਵੀ ਕਿਤਾਬ ਲਿਖੀ ਹੈਗੀ ਆਪਣੀ ਬਲੂ ਸਟਾਰ ਦੇ ਉੱਤੇ, ਬਿਲਕੁਲ ਲਿਖੀ ਹੈ। ਉਹ 15 ਡਿਵੀਜ਼ਨ ਸੀਗੇ, ਉਹਨਾਂ ਦੀ ਡਿਊਟੀ ਲਾਈ ਵੀ ਤੂੰ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਅੰਦਰ ਲੈ ਕੇ ਜਾ ਹੈ। ਤੇ ਮੈਨੂੰ ਲੈ ਕੇ ਗਏ, ਉਹ ਦੇਖਿਆ ਅੰਦਰ ਤਾਂ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਸੀਗੇ ਜੀ, ਡੈਡ ਬਾਡੀਜ਼ ਪਈਆਂ ਸੀਗੀਆਂ, ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ। ਕਿਹਾ ਜਾਂਦਾ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਜਿਹੜਾ ਪਵਿੱਤਰ ਸਥਾਨ ਆਪਾਂ ਜਿਹਦਾ ਜ਼ਿਕਰ ਕਰਦੇ ਹਾਂ, ਚਾਹੇ ਫੌਜੀਆਂ ਦੀਆਂ ਲਾਸ਼ਾਂ, ਸਿਵਲੀਅਨ ਦੀਆਂ ਲਾਸ਼ਾਂ ਭਰਿਆ ਪਿਆ ਸੀਗਾ। ਈਵਨ ਜਿਹੜਾ ਹੈਗਾ ਪਵਿੱਤਰ ਸਰੋਵਰ, ਉਹਦਾ ਪਾਣੀ, ਸਾਰਾ ਕੁਝ ਜਿਹੜਾ ਹੈਗਾ ਤਬਾਹੀ ਦਾ। ਸਰੋਵਰ 'ਚ ਵੀ ਕੁਝ ਲਾਸ਼ਾਂ ਜਿਹੜੀਆਂ ਸੀ ਫਲੋਟ ਕਰ ਰਹੀਆਂ ਸੀਗੀਆਂ, ਤੇ ਵਰਾਂਡਿਆਂ 'ਚ ਤੇ ਅੰਦਰ ਜਿੱਥੇ ਮੋਰਚਾਬੰਦੀ ਸੀ ਉੱਥੇ ਵੀ ਲਾਸ਼ਾਂ ਸੀਗੀਆਂ। ਉਹ ਲਾਸ਼ਾਂ ਨੂੰ 6 ਤੋਂ ਉਹਨਾਂ ਨੇ ਪਹਿਲਾਂ ਪੰਜਾਬ ਪੁਲਿਸ ਦੀ ਡਿਊਟੀ ਲੱਗੀ ਕਿ ਇੰਜਰਡ ਨੂੰ ਰਿਮੂਵ ਕਰੋ ਹਾਂਜੀ। ਤੋਂ ਉਹਨਾਂ ਨੇ ਕੀਤੀਆਂ, ਲੇਕਿਨ ਉਹ ਕਿਉਂਕਿ ਨੰਬਰ ਬਹੁਤ ਜ਼ਿਆਦਾ ਸੀਗਾ, ਇੰਜਰਡ ਦਾ ਬਹੁਤ ਨੰਬਰ ਸੀ। ਮੈਂ ਤੁਹਾਨੂੰ ਇਹਦਾ ਕੋਈ ਦੱਸਦਾ ਜੀ, ਜਿਹੜਾ ਕਿੰਨਾ ਕੋਈ ਤਕਰੀਬਨ 120 ਦੇ ਕਰੀਬ ਹਸਪੀਟਲ ਲੈ ਕੇ ਗਏ ਸੀ ਪੁਲਿਸ ਵਾਲੇ। ਤੇ ਲਾਸ਼ਾਂ ਵੀ, ਕਿਉਂਕਿ ਗੋਲਾਬਾਰੀ ਤਾਂ ਆਪਸ 'ਚ ਐਕਸਚੇਂਜ ਆਫ ਫਾਇਰ ਤਾਂ 3 ਤਰੀਕ ਤੋਂ ਸ਼ੁਰੂ ਹੋ ਗਿਆ ਸੀਗਾ। ਜੂਨ ਦਾ ਮਹੀਨਾ ਸੀ, ਗਰਮੀਆਂ ਦੇ ਦਿਹਾੜੇ ਸੀਗੇ, ਤੋਂ ਬਾਡੀਜ਼ ਡੀਕੰਪੋਜ਼ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਸੋ ਪੁਲਿਸ ਤੇ ਜਿਹੜੀ ਸੀਗੀ ਉਹ ਡੈਡ ਬਾਡੀਜ਼ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਸ਼ਿਫਟ ਕਰਕੇ ਵਿਡਰਾ ਕਰ ਗਈ। ਫਿਰ ਮਿਊਨਿਸਪਲ ਕਾਰਪੋਰੇਸ਼ਨ ਦੇ ਸਟਾਫ ਨੂੰ ਲਿਆਂਦਾ ਹਾਂਜੀ। ਉਹ ਕਿਉਂਕਿ ਇੱਕ ਤਾਂ ਵੈਸੇ ਹੀ 4 ਬੰਦੇ ਚਾਹੀਦੇ ਨੇ ਤੁਹਾਨੂੰ ਬਾਡੀ ਨੂੰ ਚੱਕਣ ਨੂੰ, ਜੇ ਡੀਕੰਪੋਜ਼ ਬਾਡੀਆਂ ਹੋਣ ਤੇ ਸਕਿਨ ਪੀਲ ਆਫ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਹ ਬੜਾ ਦਰਦਨਾਕ ਜਿਹਾ ਜਿਹੜਾ ਸੀ, ਸਮੈਲ ਬੜੀ ਸੀਗੀ ਹਾਂਜੀ। ਤਾਂ ਉਹ ਉਹਨਾਂ ਨੇ ਫਿਰ 6-7 ਸਾਰੇ 2 ਦਿਨ ਜਿਹੜੇ ਨੇਗੇ ਇਹ ਬਾਡੀਜ਼ ਦੀ ਰਿਮੂਵਲ ਤੇ ਲੱਗੇ। ਤੁਸੀਂ ਜਿੱਦਾਂ ਇਹਦਾ ਬਦਕਿਸਮਤ ਮੰਜ਼ਰ ਦਾ ਜ਼ਿਕਰ ਕਰ ਰਹੇ ਹੋ, ਜੋ ਸਥਿਤੀ ਉੱਥੇ ਬਣੀ, ਉਸ ਤੋਂ ਪਹਿਲਾਂ ਵੀ ਦਰਬਾਰ ਸਾਹਿਬ ਆਪਾਂ ਅਕਸਰ ਸਾਰੇ ਜਾਣਦੇ ਹਾਂ ਹਾਂਜੀ ਹਾਂ ਗਏ ਹੋਣਗੇ ਹਾਂਜੀ ਕਈ ਵਾਰ ਲੋ ਦਰਬਾਰ ਸਾਹਿਬ ਤਾਂ ਕਿਸ ਤਰ੍ਹਾਂ ਦੀ ਕਿੱਡੀ ਵੱਡੀ ਤਬਦੀਲੀ, ਕਿੱਥੇ ਦਰਬਾਰ ਸਾਹਿਬ ਉਹ ਤੇ ਕਿੱਥੇ ਦਰਬਾਰ ਸਾਹਿਬ ਚੇਂਜ ਵਾਪਰਿਆ। ਇੰਨੀਆਂ ਫੋਟੋਗ੍ਰਾਫਿਕ ਐਵੀਡੈਂਸ ਵੀ ਹੈਗਾ ਉਹਦਾ, ਤਾਂ ਕੀ ਹੋਇਆ, ਕੀ ਵਾਪਰਿਆ। ਇੱਕ ਬਿਲਕੁਲ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਹੋਣਗੇ, ਤੁਸੀਂ ਗਏ ਹੋ ਬਿਲਕੁਲ ਪਹਿਲੇ ਦਿਨਾਂ 'ਚ ਹੀ ਗਏ ਹੋ ਤੁਸੀਂ। ਇਹ ਕਿਹਾ ਜਾਂਦਾ ਅਕਸਰ ਜਿਹੜਾ ਹੈਗਾ, ਵੈਸੇ ਤਾਂ ਕਿਤਾਬਾਂ ਜਿੱਦਾਂ ਤੁਸੀਂ ਕਹਿ ਰਹੇ ਹੋ SGPC ਵੱਲੋਂ ਵੀ, ਜਿਹੜਾ ਹਰਿਮੰਦਰ ਸਾਹਿਬ ਹੈ ਉੱਥੇ ਵੀ ਸਿੱਧੀਆਂ ਗੋਲੀਆਂ ਲੱਗੀਆਂ, ਔਰ ਗੁਰੂ ਗ੍ਰੰਥ ਸਾਹਿਬ ਇਸ ਤਰ੍ਹਾਂ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਤੇ ਟੈਂਕਾਂ ਦੀ ਫਾਇਰਿੰਗ ਹੋਈ ਹਾਂਜੀ। ਤੇ ਇਸੇ ਤਰ੍ਹਾਂ ਜਿਹੜਾ ਤੋਸ਼ਾਖਾਨਾ ਉਹਦੇ 'ਚ ਵੀ ਇੱਕ ਸ਼ੈੱਲ ਲੱਗਿਆ, ਟੈਂਕ ਸ਼ੈੱਲ।
ਦਰਬਾਰ ਸਾਹਿਬ ਦੇ ਵਿੱਚ ਵੀ ਕਾਫੀ ਗੋਲੀਆਂ ਜਿਹੜੀਆਂ ਸੀਗੀਆਂ ਲੱਗੀਆਂ, ਪਰ ਮੇਜਰ ਕੋਈ ਨੁਕਸਾਨ ਨਹੀਂ ਹੋਇਆ ਐਕਸੈਪਟ ਗੁਰੂ ਮਹਾਰਾਜ ਦੀ ਇੱਕ ਬੀੜ ਦੇ ਗੋਲੀ ਲੱਗ ਕੇ ਜਿਹੜੀ ਸੀਗੀ ਉਹ ਨਿਕਲ ਗਈ ਜਿਹੜੀ ਸੀਗੀ। ਹਾਂਜੀ, ਇਸ ਤੋਂ ਇਲਾਵਾ ਮਤਲਬ ਜਿੱਦਾਂ ਅਕਾਲ ਤਖਤ ਸਾਹਿਬ ਦਾ ਨੁਕਸਾਨ ਹੋਇਆ ਜਾਂ ਕੁਝ ਹੋਰ ਬਿਲਡਿੰਗਾਂ ਦਾ ਹੋਇਆ, ਉਹ ਢਹਿ ਢੇਰੀ ਹੋ ਗਏ। ਇੱਥੇ ਗੋਲੀਆਂ ਜ਼ਰੂਰ ਲੱਗੀਆਂ ਸੀਗੀਆਂ, ਕਈ ਜਗ੍ਹਾ ਤੇ 골ਡ ਜਿਹੜੇ ਆਪਣਾ ਚੜਾਇਆ ਹੋਇਆ ਹੈਗਾ ਉਹ ਉਹਦੇ ਵਿੱਚ ਦੀ ਲੰਘ ਗਈਆਂ, ਇਸ ਤਰ੍ਹਾਂ ਦਾ ਕਈ ਇੰਸਟੈਂਸਸ ਸੀਗੇ। ਉਸ ਵੇਲੇ ਜਿਹੜੇ ਮੁਲਕ ਦੇ ਰਾਸ਼ਟਰਪਤੀ ਸੀ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਸੀ, ਤੇ ਉਹ ਜਦੋਂ ਆਏ ਫਿਰ ਤੁਸੀਂ ਉਹਨਾਂ ਦੇ ਨਾਲ ਗਏ ਸੀ ਉਸ ਦਿਨ? ਹਾਂਜੀ ਹਾਂ, ਐਸਕॉर्ट ਕੀਤਾ। ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਵੀ ਆਈ 2 ਦਿਨ ਤੋਂ ਬਾਅਦ, ਦੋਨਾਂ ਨੇ ਉੱਥੇ ਆ ਕੇ ਆਪ ਦੇਖਿਆ ਕਿ ਕੀ ਵਾਪਰਿਆ। ਗਿਆਨੀ ਜ਼ੈਲ ਸਿੰਘ ਦੀ ਕੋਈ ਗੱਲ ਯਾਦ ਹੈ ਕਿ ਜਦੋਂ ਆਏ ਹੋਣਗੇ ਅੰਦਰ, ਕਿਉਂਕਿ ਆਪ ਬੜੇ ਧਾਰਮਿਕ ਸੀ? ਹਾਂਜੀ ਹਾਂਜੀ। ਕੋਈ ਉਹਨਾਂ ਨੇ ਕੋਈ ਕਮੈਂਟ ਕੀਤਾ ਹੋਵੇ, ਦੇਖਿਆ? ਨਹੀਂ, ਉਹ ਕਮੈਂਟ ਕੋਈ ਨਹੀਂ ਕੀਤਾ ਉਹਨਾਂ ਨੇ, ਸ਼ਾਂਤ ਸੁਭਾਅ ਸੀਗੇ। ਤੇ ਸਿੰਘ ਸਾਹਿਬਾਨ ਜੋ ਹੈਗੇ ਨੇ ਉਹਨਾਂ ਨਾਲ ਵੀ ਉਹਨਾਂ ਦੀ ਮੁਲਾਕਾਤ ਕੀਤੀ ਉਹਨਾਂ ਨੇ, ਉਹਨਾਂ ਤੋਂ ਆਪ ਸੁਣੀ ਪੂਰੀ ਗੱਲ ਕਿ ਕੀ ਹੋਇਆ, ਕਿਵੇਂ ਵਾਪਰਿਆ। ਹਾਂਜੀ, ਮਿਸਿਸ ਗਾਂਧੀ ਨਾਲ ਵੀ ਸਿੰਘ ਸਾਹਿਬਾਨ ਗਿਆਨੀ ਸਾਹਿਬ ਸਿੰਘ ਸੀਗੇ ਗੋਲਡਨ ਟੈਂਪਲ ਦੇ ਹੈੱਡ ਪ੍ਰੀਸਟ, ਉਹਨਾਂ ਦੀ ਉੱਥੇ ਬਰੀਫਿੰਗ ਉਹਨਾਂ ਨੇ ਕੀਤੀ ਸਾਰੀ, ਜਿਹੜੀ ਦੱਸਿਆ ਵੀ ਕਿੱਦਾਂ ਕੀ ਵਾਪਰਿਆ। ਹਾਂਜੀ, ਲੇਕਿਨ ਨੈਚੁਰਲੀ ਕਮੈਂਟ ਤਾਂ ਉਹਨਾਂ ਨੇ ਪਬਲਿਕਲੀ ਕੀ ਕਰਨਾ ਸੀ। ਜੀ ਜੀ। ਉਹ ਸਾਰੇ ਦੌਰ ਦੇ ਜਿਹੜਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਸ ਤਰ੍ਹਾਂ ਫੌਜ ਵੱਲੋਂ ਹਮਲਾ ਕੀਤਾ ਗਿਆ, ਦੋਨੇ ਪਾਸੇ ਤੋਂ ਤੁਸੀਂ ਜਿੱਦਾਂ ਕਹਿ ਰਹੇ ਹੋ ਕੋਈ ਗੋਲੀਬਾਰੀ ਹੋਈ, ਉਹਦੇ 'ਚ ਕਿੰਨੇ ਕੁ ਸਿਵਲੀਅਨ ਜਿਹੜੇ ਸ਼ਹਾਦਤ ਪਾ ਗਏ, ਕੋਈ ਅੰਦਾਜ਼ਾ ਹੈ ਤੁਹਾਨੂੰ? ਸ਼ਾਇਦ ਮੁੱਢਲੇ ਤੌਰ ਤੇ ਜਾਣਕਾਰੀ ਹੋਏ। ਹਾਂਜੀ, ਇਸ ਤਰ੍ਹਾਂ ਜੀ ਕਿ ਦੇਖੋ ਫਿਗਰਸ ਤੇ ਵੱਖ-ਵੱਖ ਬੰਦਿਆਂ ਨੇ, ਈਵਨ ਅਥਾਰਟੀਜ਼ ਨੇ ਡਿਫਰੈਂਟ ਫਿਗਰਸ ਦਿੱਤੀਆਂ ਨੇਗੀਆਂ। ਉਹ ਸੁਭਾਵਿਕ ਵੀ ਹੈ, ਲੇਕਿਨ ਮੈਂ ਇਹਨੂੰ ਸਾਰੇ ਇਸ਼ੂ ਨੂੰ ਐਨਾਲਾਈਜ਼ ਕਰਕੇ ਤੁਹਾਨੂੰ ਦੱਸਦਾ। ਇੱਕ ਅਪਾਰ ਸਿੰਘ ਬਾਜਵਾ ਹੁੰਦਾ ਸੀ ਡੀਐਸਪੀ ਸਿਟੀ ਅੰਮ੍ਰਿਤਸਰ, ਉਹਦੀ ਡਿਊਟੀ ਲਾਈ ਸੀਗੀ ਵੀ ਤੁਸੀਂ ਲਾਸ਼ਾਂ ਦੀ ਜਿਹੜੀ ਹੈਗੀ ਹੈ ਸੁਪਰਵਿਜ਼ਨ ਕਰਨੀ ਹੈ, ਇੰਜਰਡ ਨੂੰ ਇਵੈਕੂਏਟ ਕਰਨਾ ਹੈਗਾ ਦਰਬਾਰ ਸਾਹਿਬ ਤੋਂ। ਉਹਨੇ ਗਿਣੀਆਂ ਸੀਗੀਆਂ ਡੈੱਡ ਬੋਡੀਜ਼, ਕੋਈ 717 ਦੇ ਕਰੀਬ ਡੈੱਡ ਬੋਡੀਜ਼ ਜਿਹੜੀਆਂ ਨੇਗੀਆਂ ਸਿਵਲੀਅਨਸ ਦੀਆਂ, ਉਹ ਦਰਬਾਰ ਸਾਹਿਬ ਤੋਂ ਰਿਮੂਵ ਹੋਈਆਂ ਨੇਗੀਆਂ। ਇਸ ਤੋਂ ਇਲਾਵਾ ਕੁਝ ਮੌਤਾਂ ਦਰਬਾਰ ਸਾਹਿਬ ਦੇ ਇਰਦ ਗਿਰਦ ਹੋਈਆਂ ਨੇਗੀਆਂ, ਕਿਉਂਕਿ ਤੁਸੀਂ ਗਏ ਹੋ ਕਈ ਵਾਰ ਅੰਮ੍ਰਿਤਸਰ, ਬੜਾ ਇਤਿਹਾਸਿਕ ਪੁਰਾਣਾ ਸ਼ਹਿਰ ਹੈ, ਤਾਂ ਗਲੀਆਂ ਬੜੀਆਂ ਨੈਰੋ ਨੇ, ਔਰ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਲੱਗਦੀਆਂ ਨੇਗੀਆਂ ਮਕਾਨ, ਦੁਕਾਨਾਂ, ਹੋਰ ਕਈ ਬਾਜ਼ਾਰ ਜਿਹੜੇ ਨੇਗੇ। ਤਾਂ ਜਦ ਇਹ ਫਾਇਰਿੰਗ ਹੋਈ ਤੋਪਾਂ ਦੀ ਜਾਂ ਟੈਂਕਾਂ ਦੀ, ਤਾਂ ਕਈ ਗੋਲੇ ਜਿਹੜੇ ਸੀਗੇ ਉਹ ਅੱਗੇ ਜਾ ਕੇ ਸਿਵਲੀਅਨ ਆਬਾਦੀ ਦੇ ਵੀ ਬਿਲਡਿੰਗ ਚਲੇ ਗਏ। ਲਗਭਗ 300 ਬਿਲਡਿੰਗ ਐਸੀ ਸੀਗੀ ਜਿਹੜੀ ਕਿ ਡਿਫਰੈਂਟ, ਕਈ ਤੇ ਟੁੱਟ ਗਈਆਂ ਸੀ, ਬਿਲਕੁਲ ਹੀ ਖਤਮ ਹੋ ਗਈਆਂ ਸੀਗੀਆਂ, ਕਈਆਂ 'ਚ ਨੁਕਸਾਨ ਹੋਇਆ ਸੀਗਾ, ਦੁਕਾਨਾਂ, ਘਰ, ਕੁਝ ਡੇਰੇ ਸੀਗੇ। ਹਾਂਜੀ, ਜਿਹੜੇ ਕਿ ਉਹਦੇ 'ਚ ਹੋਇਆ। ਬਾਅਦ 'ਚ ਉਹਨਾਂ ਨੂੰ ਮੁਆਵਜ਼ਾ ਦਿੱਤਾ ਸਰਕਾਰ ਨੇ, ਇਵੈਲੂਏਟ ਕਰਕੇ ਅਸੈਸਮੈਂਟ। ਤੋਂ ਮੇਰਾ ਕਹਿਣ ਦਾ ਭਾਵ ਹੈ ਕਿ ਟੋਟਲ ਜਿਹੜੀ ਡੈਥਸ ਹੈਗੀਆਂ ਉਹ ਬਾਹਰ ਵੀ ਹੋਈਆਂ ਨੇ ਉਹਨਾਂ 'ਚ, ਤੇ ਜੇ ਆਪਾਂ ਉਹਨਾਂ ਨੂੰ ਵੀ ਗਿਣ ਲਈਏ, ਉਹ ਗਿਣਤੀ ਜ਼ਿਆਦਾ ਹਾਂ, ਤਾਂ ਉਹ ਕੋਈ ਤਕਰੀਬਨ 780 ਦੇ ਕਰੀਬ, 87 ਦੇ ਕਰੀਬ ਉਹ ਹੋ ਜਾਂਦੀ ਹੈ। ਇਹ ਫਿਗਰਸ ਫਿਰ ਮੈਂ ਕੰਪੇਅਰ ਕੀਤੀਆਂ, ਇਹਦੀ ਔਥੈਂਟੀਕੇਸ਼ਨ ਦੱਸਣ ਲਈ ਤੁਹਾਨੂੰ ਦੱਸ ਰਿਹਾ ਕਿ 2 ਉੱਥੇ ਕ੍ਰੀਮੇਸ਼ਨ ਗਰਾਊਂਡਸ ਨੇ, ਉਹਨਾਂ ਦੇ ਵਿੱਚ ਕਿੰਨੀਆਂ ਬੋਡੀਜ਼ ਦੀ ਕ੍ਰੀਮੇਸ਼ਨ ਹੋਈ, ਕੁਝ ਕ੍ਰੀਮੇਸ਼ਨ ਗਰਾਊਂਡ ਤੇ ਰਿਕਾਰਡ ਰੱਖਦੇ ਨੇ ਨਾ ਜੀ। ਫਿਰ ਉਸ ਤੋਂ ਇਲਾਵਾ SGPC ਨੇ ਇੱਕ ਅਨਾਊਂਸ ਕਰਤਾ ਸੀਗਾ ਕਿ ਵੀ ਜਿਨ੍ਹਾਂ ਦੇ ਅੰਦਰ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਰੀਹੈਬਿਲਿਟੇਸ਼ਨ ਪੈਕੇਜ ਦੇਵਾਂਗੇ, ਤੇ ਇਸ਼ਤਿਹਾਰ ਦਿੱਤੇ ਉਹਨਾਂ ਨੇ, ਐਡਵਰਟਾਈਜ਼ ਕੀਤਾ, ਐਪਲੀਕੇਸ਼ਨਾਂ ਇਨਵਾਈਟ ਕੀਤੀਆਂ, ਉਹ ਫਿਗਰਸ ਵੀ ਦੇਖੀਆਂ। ਫਿਰ ਕਿਸੇ ਸਟੇਜ ਤੇ ਬਾਅਦ 'ਚ ਆ ਕੇ ਸ਼ਿਧਾਰ ਸ਼ੰਕਰ ਰੇ ਦੇ ਟਾਈਮ ਤੇ ਜਦ ਗਵਰਨਰ ਸੀ, ਉਹ ਪੰਜਾਬ ਸਰਕਾਰ ਨੇ ਵੀ ਮੁਆਵਜ਼ਾ ਅਨਾਊਂਸ ਕਰਤਾ ਸੀਗਾ ਕਿ ਅੰਦਰ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਦਾ। ਉਹ ਫਿਗਰਸ ਵੀ ਜਿਹੜੀਆਂ ਨੇਗੀਆਂ ਉਹ 787 ਨੂੰ ਕ੍ਰਾਸ ਨਹੀਂ ਕਰਦੀਆਂ, ਤੋਂ ਥੱਲੇ ਹੀ ਨੇਗੀਆਂ। ਓਕੇ, ਹਾਂਜੀ। ਤੋ ਇਹ ਮਤਲਬ ਸਾਰਾ ਮੈਂ ਤੁਹਾਨੂੰ ਦੇ ਰਿਹਾ। ਅਦਰਵਾਈਜ਼ ਜਿਹੜਾ ਹੈਗਾ ਵੱਖ-ਵੱਖ ਬੰਦਿਆਂ ਨੇ ਆਪਣਾ ਵੱਖ-ਵੱਖ, ਜੋ ਕਿਸੇ ਨੂੰ ਅਨੁਭਵ ਸੀਗਾ ਜਾਂ ਆਪਣੇ ਪਤਾ ਲੱਗਿਆ, ਜਿੱਦਾਂ ਸਿਮਰਨਜੀਤ ਸਿੰਘ ਮਾਨ ਨੇ ਉਹ ਕਹਿੰਦੇ ਨੇ 25,000 ਬੰਦੇ ਦੀ ਡੈਥ ਹੋ ਗਈ ਅੰਦਰ। ਹਾਂਜੀ, ਕਈ ਹੋਰ ਜਥੇਬੰਦੀਆਂ ਨੇ ਵੀ ਇਹੀ ਕਲੇਮ ਕੀਤਾ, ਆਪਣੇ ਦਾਅਵੇ। ਹਾਂਜੀ, ਆਪਣੇ ਥਾਂ ਜਿਹੜਾ। ਇਹਦੇ 'ਚ ਇੱਕ ਅਹਿਮ ਸਵਾਲ ਇਹ ਵੀ ਹੈ, ਫੌਜ ਦਾ ਤਾਂ ਜ਼ਰੂਰ ਅਥੈਂਟਿਕ ਕੋਈ ਇਨਫੋਰਮੇਸ਼ਨ ਹੋਗੀ, ਉਹਨਾਂ ਦੇ ਕਿੰਨੇ ਬੰਦੇ ਮਾਰੇ ਗਏ ਇਸ ਤਰ੍ਹਾਂ ਜੀ? ਉਹਦੇ 'ਚ ਵੀ ਜਿਹੜੀ ਹੈ ਨਾ ਕਨਫਲਿਕਟਿੰਗ ਫਿਗਰਸ ਨੇਗੀਆਂ। ਜਨਰਲ ਬਰਾੜ ਨੇ ਤੇ ਆਪਣੀ ਕਿਤਾਬ 'ਚ ਕੋਈ 87 ਦੇ ਕਰੀਬ ਉਹਨਾਂ ਨੇ ਕਿਹਾ ਵੀ ਬੰਦਿਆਂ ਦਾ ਅੰਦਰ ਸ਼ਹਾਦਤ ਹੋਈ ਫੌਜੀਆਂ ਦੀ। ਲੇਕਿਨ ਜਨਰਲ ਹੂਨ ਜਿਹੜਾ ਕਿ ਸੁੰਦਰ ਜੀ ਤੋਂ ਬਾਅਦ ਵੈਸਟਰਨ ਕਮਾਂਡ ਦਾ ਚੀਫ ਬਣਿਆ, ਉਹਨੇ ਕਿਹਾ ਵੀ 300 ਬੰਦੇ ਦੀ ਅੰਦਰ ਫੌਜੀਆਂ ਦੀ ਤੇ ਪੈਰਾਮਿਲਟਰੀ ਫੋਰਸਿਸ ਦੀ ਇਹ ਟੋਟਲ ਡੈਥਸ ਹੋਈਆਂ ਨੇਗੀਆਂ।
ਇੱਕ ਅਹਿਮ ਸਵਾਲ ਰਮੇਸ਼ਿੰਦਰ ਸਿੰਘ ਜੀ ਇਹ ਵੀ ਹੈ ਕਿ ਜਦੋਂ ਫੌਜ ਨੇ ਹਮਲਾ ਕੀਤਾ ਉਸ ਦੌਰਾਨ ਬਹੁਤ ਸਾਰਾ ਸਾਡਾ ਇਤਿਹਾਸਕ ਸਮਾਨ ਦਸਤਾਵੇਜ਼ ਜਿਹੜਾ ਹੈਗਾ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸੀ ਉਹ ਫੌਜ ਲੈ ਗਈ। ਅਜੇ ਤੱਕ ਸ਼ਾਇਦ ਉਹ ਵਾਪਸ ਨਹੀਂ ਹੋਏ। SGPC ਨੇ ਉਪਰਾਲਾ ਵੀ ਕੀਤਾ ਹੈ। ਥੋੜੀ ਜਾਣਕਾਰੀ ਹੈ ਕਿ ਇੱਦਾਂ ਕੁਝ ਕੀਮਤੀ ਸਮਾਨ ਵਸਤਾਂ ਜਿਹੜੀਆਂ ਇਤਿਹਾਸਕ ਦਸਤਾਵੇਜ਼ ਫੌਜ ਲੈ ਕੇ ਚਲੀ ਗਈ ਸੀ ਉਸ ਵੇਲੇ? ਇਸ ਤਰ੍ਹਾਂ ਜੀ, ਇੱਕ ਤੇ ਲਾਇਬ੍ਰੇਰੀ ਜੋ ਸੀਗੀ, ਇਤਿਹਾਸਕ ਲਾਇਬ੍ਰੇਰੀ, ਉਹ ਸੜ ਗਈ ਸੀਗੀ। ਉਹਦੀਆਂ ਵੀ ਕਈ ਤਰ੍ਹਾਂ ਦੀਆਂ ਵਰਸ਼ਨਸ ਆਈਆਂ ਨੇ ਵੀ ਕਿਵੇਂ ਸੜੀ। ਸੋ ਇੱਕ ਤਾਂ ਜਿਹੜਾ ਉੱਥੇ ਇਤਿਹਾਸਕ ਸਾਰਾ ਸੀਗਾ ਹਾਂਜੀ ਪੁਰਾਣਾ, ਉਹ ਕਾਫੀ ਉਹਦਾ ਨੁਕਸਾਨ ਹੋ ਗਿਆ, ਸੜ ਗਿਆ। ਇਸ ਤੋਂ ਇਲਾਵਾ CBI ਨੇ ਕਾਫੀ ਉੱਥੋਂ ਰਿਕਾਰਡ ਵਗੈਰਾ ਸੀਜ਼ ਕਰ ਲਿਆ ਸੀਗਾ ਇਨਵੈਸਟੀਗੇਸ਼ਨ ਦੇ ਪੁਆਇੰਟ ਆਫ ਵਿਊ ਦੇ ਨਾਲ। ਉਹਦੇ 'ਚੋਂ ਕੁਛ ਤੇ ਜਿਹੜਾ ਸੀਗਾ ਉਹਨਾਂ ਨੇ ਵਾਪਸ ਕਰਤਾ ਸੀਗਾ, ਲੇਕਿਨ ਕੁਛ ਰਿਕਾਰਡ ਜਿਹੜਾ SGPC ਕਹਿੰਦੀ ਹੈ ਅਜੇ ਤੱਕ ਸਾਨੂੰ ਵਾਪਸ ਨਹੀਂ ਹੋਇਆ। ਵਾਪਸ ਨਹੀਂ ਆਇਆ। ਇਸ ਤਬਾਹੀ ਤੋਂ ਬਾਅਦ ਤੁਹਾਨੂੰ ਜਾਣਕਾਰੀ ਹੋਏਗੀ ਫਿਰ SGPC ਦੇ ਕਦੋਂ ਹਵਾਲੇ ਕੀਤਾ ਗਿਆ ਦਰਬਾਰ ਸਾਹਿਬ ਕੰਪਲੈਕਸ? ਇਹ ਵੀ ਬੜੀ ਇੱਕ ਦੇਖੋ ਇਹ ਸਾਰਾ ਕੁਛ ਹੀ ਜਿਹੜਾ ਨਾ ਜੀ ਡਿਫਰੈਂਟ ਫੋਰਸਿਸ ਕੰਪੀਟ ਕਰ ਰਹੀਆਂ ਸੀਗੀਆਂ। ਤੁਹਾਨੂੰ ਗਿਆਨੀ ਜੈਲ ਸਿੰਘ ਉਹਨਾਂ ਨੂੰ ਤਨਖਾਹੀਆ ਡਿਕਲੇਅਰ ਕਰ ਦਿੱਤਾ ਸੀ ਸਰ ਬੂਟਾ ਸਿੰਘ ਨੂੰ ਤੇ ਗਿਆਨੀ ਜੈਲ ਸਿੰਘ ਉਹਨਾਂ ਨੂੰ। ਤੇ ਉਦੋਂ ਫਿਰ ਉਹਨਾਂ ਨੇ ਆਪਣੇ ਬੈਕਡੋਰ ਚੈਨਲਸ ਦੇ ਨਾਲ ਨੈਗੋਸੀਏਸ਼ਨਸ ਕੀਤੀਆਂ ਤੇ ਬਾਅਦ ਸਿੰਘ ਸਾਹਿਬ ਨੇ ਉਹਨਾਂ ਨੂੰ ਪਾਰਡਨ ਕਰ ਦਿੱਤਾ। ਸੋ ਉਸ ਬੈਕ ਚੈਨਲ ਦੇ ਵਿੱਚ ਇਹ ਤੈਅ ਹੋਇਆ ਸੀਗਾ ਕਿ ਵੀ ਗਿਆਨੀ ਜੈਲ ਸਿੰਘ ਆਪਣਾ ਲਿਖਤੀ ਦੇਣਗੇ ਐਕਸਪਲੇਨੇਸ਼ਨ ਤੇ ਐਕਸਪਲੇਨੇਸ਼ਨ ਦੇਣਗੇ ਤੇ ਸਿੰਘ ਸਾਹਿਬਾਨ ਨੇ ਕੰਡੀਸ਼ਨ ਲਾਈ ਸੀ ਵੀ ਤੁਸੀਂ ਫੌਜ ਨੂੰ ਵਿਡਰਾ ਕਰੋ ਹਾਂਜੀ। ਤਾਂ ਉਹ ਫਿਰ ਫੌਜ ਜਦ ਉਹਨਾਂ ਨੇ ਐਕਸਪਲੇਨੇਸ਼ਨ ਦਿੱਤਾ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ ਤੇ ਗਿਆਨੀ ਜੈਲ ਸਿੰਘ ਜੀ ਦੁਬਾਰਾ ਫਿਰ ਅੰਮ੍ਰਿਤਸਰ ਗੋਲਡਨ ਟੈਂਪਲ 'ਚ ਆਏ ਤੇ ਉੱਥੇ ਆ ਕੇ ਉਹਨਾਂ ਨੇ ਪਬਲਿਕਲੀ ਅਨਾਉਂਸ ਕਰ ਦਿੱਤਾ ਆਈ ਥਿੰਕ 29 ਸੈਪਟੰਬਰ ਸੀ ਮੋਸਟ ਪ੍ਰੋਬੇਬਲੀ ਕਿ ਜਾਂ ਨਹੀਂ ਸੈਪਟੰਬਰ ਦਾ ਮਹੀਨਾ ਸੀ ਕੁਝ ਦਿਨ ਪਹਿਲਾਂ 29 ਤੋਂ ਕਿ ਵੀ ਫੌਜ ਵਿਡਰਾ ਹੋ ਜਾਏਗੀ। ਤੇ ਉਦੋਂ ਇੱਕ ਸੀਨੀਅਰ ਐਡਵਾਈਜ਼ਰ ਟੂ ਗਵਰਨਰ ਹੁੰਦਾ ਸੀ ਸੁਬਰਾਮਨੀਅਮ, ਉਹਦੀ ਡਿਊਟੀ ਲੱਗੀ ਗਈ ਵੀ ਜਾ ਕੇ ਤੁਸੀਂ ਹੈਂਡ ਓਵਰ ਕਰਕੇ ਆਓ। ਦੇਖੋ 29 ਸੈਪਟੰਬਰ ਨੂੰ ਉੱਥੇ ਪਹੁੰਚੇ, ਮੈਂ ਨਾਲ ਸੀ ਉਹਨਾਂ ਦੇ, ਧਨੋਆ ਸਾਹਿਬ SS ਧਨੋਆ ਚੀਫ ਸੈਕਟਰੀ ਸੀ ਉਸ ਟਾਈਮ, ਉਹ ਵੀ ਨਾਲ ਸੀਗੇ, ਫੌਜ ਦੇ ਵੀ ਸੀਗੇ। ਤੇ ਅਸੀਂ ਦਰਸ਼ਨੀ ਦਿਉੜੀ ਦੇ ਬਾਹਰ ਸਿੰਘ ਸਾਹਿਬ ਨੂੰ ਤੇ SGPC ਦੇ ਸੈਕਟਰੀ ਭਾਨ ਸਿੰਘ ਤੇ ਬਨਾਸ਼ੀ ਸਿੰਘ ਜੀ ਸੀਗੇ ਹਾਂਜੀ, ਉਹਨਾਂ ਨੇ ਚਾਬੀ ਸੌਂਪੀ ਤੇ ਨਾਲ ਦੀ ਨਾਲ ਮੈਸੇਜ ਆ ਰਿਹਾ ਸੀ ਵੀ ਤੁਸੀਂ ਪ੍ਰਾਈਮ ਮਿਨਿਸਟਰ ਦੇ ਪ੍ਰਿੰਸੀਪਲ ਸੈਕਟਰੀ ਨਾਲ ਗੱਲ ਕਰੋ ਅਲੈਗਜ਼ੈਂਡਰ ਸਾਹਿਬ ਨਾਲ। ਉੱਥੇ ਤੇ ਟੈਲੀਫੋਨ ਇੰਨੀ ਸੀਗਾ ਤਾਂ ਉਹ ਕਹਿੰਦੇ ਵੀ ਅਸੀਂ ਕਰਦੇ ਹਾਂ। ਉਹ ਕਰਕੇ ਫੌਜ ਵਿਡਰਾ ਹੋ ਗਈ। ਸੰਤਾ ਸਿੰਘ ਜਿਨ੍ਹਾਂ ਨੇ ਕਾਰ ਸੇਵਾ ਕਰਾਈ ਸੀ ਜਿੱਦਾਂ ਤੋਂ ਸਰਕਾਰ ਨੇ, ਉਹ ਸੁਬਾਹ ਹੈਂਡਓਵਰ ਕਰਕੇ ਚਲੇ ਗਏ ਸੀਗੇ ਅਕਾਲ ਤਖਤ। ਉੱਥੇ ਅਖੰਡ ਪਾਠ ਸ਼ੁਰੂ ਕਰ ਦਿੱਤਾ ਸੀਗਾ ਸਿੰਘ ਸਾਹਿਬਾਨ ਨੇ। ਤੋ ਮਤਲਬ ਇੱਕ ਤਰੀਕੇ ਦੇ ਨਾਲ ਇਹ ਪ੍ਰੋਸੈਸ ਕੰਪਲੀਟ ਹੋ ਗਈ ਹਾਂਜੀ। ਲੇਕਿਨ ਉਹ ਜਦੋਂ ਬਾਹਰ ਆ ਕੇ ਉਹਨਾਂ ਨੇ ਟੈਲੀਫੋਨ ਸੁਣਿਆ ਅਲੈਗਜ਼ੈਂਡਰ ਦਾ, ਉਹ ਕਹਿੰਦਾ ਅਜੇ ਹੈਂਡਓਵਰ ਨਾ ਕਰੋ ਹਾਂਜੀ। ਤਦ ਤੱਕ ਐਲਾਨ ਹੋ ਚੁੱਕਾ ਸੀ। ਐਲਾਨ ਤਾਂ ਗਿਆਨੀ ਜੀ ਨੇ ਪਹਿਲੇ ਹੀ ਕਰਤਾ ਸੀ 2 ਦਿਨ ਵੀ ਹੈਂਡਓਵਰ ਹੋ ਜਾਏਗਾ। ਉਸ ਦਿਨ ਅਸੀਂ ਮਤਲਬ ਫਾਰਮਲ ਕੰਪਲੀਟ ਸੌਂਪਤਾ ਸੀਗਾ, ਚਾਬੀਆਂ ਫੜਾਤੀਆਂ ਸੀ ਤੋਸ਼ੇਖਾਨੇ ਦੀਆਂ ਹਾਂਜੀ। ਅਖੰਡ ਪਾਠ ਸ਼ੁਰੂ ਕਰਤਾ ਸੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬਾਨ ਨੇ ਇੱਕ ਤਰ੍ਹਾਂ ਦਾ ਪੋਜੈਸ਼ਨ। ਇਹ ਤਾਂ ਨਹੀਂ ਦਬਾਅ ਬਣਿਆ ਕਿ ਵਾਪਸ ਲਓ? ਉਹੀ ਉਹਨਾਂ ਨੇ ਕਿਹਾ ਵੀ ਵਾਪਸ ਲਓ। ਹੁਣ ਉਸ ਸਿਚੁਏਸ਼ਨ 'ਚ ਵਾਪਸ ਲੈਣਾ ਤਾਂ ਪੋਸੀਬਲ ਹੀ ਹੈ ਨਹੀਂ ਸੀਗਾ। ਉਹ ਸਰਕਾਰ ਦੇ ਲਈ ਵੀ ਬਹੁਤ ਮਾੜਾ ਸੀਗਾ, ਕੇਂਦਰੀ ਸਰਕਾਰ ਦੇ ਲਈ। ਫਿਰ ਅਲਟੀਮੇਟਲੀ ਇੱਕ ਕੰਪਰੋਮਾਈਜ਼ ਜਿਹਾ ਉਹਨੇ ਕੀਤਾ ਵੀ ਤੁਸੀਂ ਐਂ ਕਰੋ, ਜਿਹੜੀਆਂ ਸਰਾਹਾਂ ਦੀਆਂ ਬਿਲਡਿੰਗਾਂ ਨੇ, ਲੰਗਰ ਹੈ, ਇੱਧਰ ਐਡਮਿਨਿਸਟ੍ਰੇਟਿਵ ਕੰਪਲੈਕਸ ਨੇ, ਵੀ ਇੱਥੇ ਫੌਜ ਰਹਿ ਲੇ। ਦਰਬਾਰ ਸਾਹਿਬ ਜਿਹੜੀ ਪ੍ਰਕਰਮਾ ਵਾਲਾ ਜਿਹੜਾ ਸਾਰਾ ਕੰਪਲੈਕਸ ਹੈ ਵੀ ਉੱਥੋਂ ਤਾਂ ਵਿਡਰਾ ਹੋ ਗਈ ਹੈ, ਹੁਣ ਵਿਡਰਾ ਹੀ ਰਹੇਗੀ। ਖਾਸ ਤੌਰ 'ਤੇ ਜਦੋਂ ਆਪਾਂ ਸਾਕਾ ਨੀਲਾ ਤਾਰਾ ਉਹਦੀ ਚੀਜ਼ ਦੀ ਗੱਲ ਕਰਦੇ ਹਾਂ, ਦਰਦ ਦੀ ਗੱਲ ਕਰਦੇ ਹਾਂ, ਉਹ ਦਰਦ ਨੂੰ ਕੁਝ ਗਿਣੇ ਚੁਣੇ ਜਿਹੜੇ ਲੋਕ ਉਹ ਹਸਤੀਆਂ ਹੋਣੀਆਂ ਜਿਨ੍ਹਾਂ ਨੇ ਨਜ਼ਦੀਕ ਤੋਂ ਦੇਖਿਆ ਹੋਵੇਗਾ ਤੇ ਜਿਹਦਾ ਅਹਿਸਾਸ ਹੈ, ਉਹ ਅਹਿਸਾਸ ਰਮੇਸ਼ਿੰਦਰ ਸਿੰਘ ਨੇ ਸਾਡੇ ਨਾਲ ਸਾਂਝਾ ਕੀਤਾ। ਅਸੀਂ ਧੰਨਵਾਦੀ ਹਾਂ। ਸਤਿ ਸ੍ਰੀ ਅਕਾਲ।